ਕੋਵਿਡ ਇੱਕ ਇਹੋ ਜਿਹੀ ਪ੍ਰੋਬਲਮ ਆਈ ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਕਿ ਇੱਕ ਸਦੀ ਦੀ ਮਹਾਮਾਰੀ ਦੇ ਤੌਰ ਤੇ ਜਾਣੀ ਜਾਵੇਗੀ ਤੇ ਕਿਸਾਨ ਅੰਦੋਲਨ ਮੇਰੀ ਜਾਚੇ ਉਸ ਤੋਂ ਵੀ ਵੱਡੀ ਜਿਹੜੀ ਘਟਨਾ ਹੋ ਕੇ ਨਿਬੜੇਗਾ, ਖਾਸ ਤੌਰ ਤੇ ਭਾਰਤ ਦੀ ਧਰਤੀ। ਇਸ ਅੰਦੋਲਨ ਦੀ ਜਿੱਤ ਨੂੰ ਲੈ ਕੇ ਅਸੀਂ ਸਾਰੇ ਬਹੁਤ ਖੁਸ਼ ਹਾਂ ਜੀ। ਅੱਜ ਤੋਂ ਵੀ ਜ਼ਿਆਦਾ ਖੁਸ਼ ਅਸੀਂ 19 ਤਰੀਕ ਨੂੰ ਸੀ, ਜਿਸ ਦਿਨ ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਤਿੰਨੋਂ ਹੀ ਜਿਹੜੇ ਕਾਨੂੰਨ ਨੇ ਉਹ ਵਾਪਸ ਲੈ ਜਾਂਦੇ ਹਨ। MSP ਨੂੰ ਤੁਸੀਂ ਇਦਾਂ ਸਮਝ ਲਓ ਕਿ ਉਹ ਇੱਕ ਵੱਡੀ ਬਿਮਾਰੀ ਸੀ, ਉਹ ਉਸ ਤੋਂ ਵੀ ਇੱਕ ਵੱਡੀ ਸਮੱਸਿਆ ਸੀ ਜੀ। ਅੰਦੋਲਨ ਵਾਲੇ ਤਿੰਨ ਕਾਨੂੰਨਾਂ ਨਾਲੋਂ ਵੀ ਵੱਡੀ ਜਿਹੜੀ ਗੱਲ ਹੈ ਉਹ MSP ਹੈ। ਸਰਕਾਰ ਨੂੰ ਕੋਈ ਖਰੀਦਣ ਲਈ ਨਹੀਂ ਕਹਿ ਰਿਹਾ, ਸਿਰਫ ਔਰ ਸਿਰਫ ਰੇਟ ਤੈਅ ਕਰਨ ਦੀ ਗੱਲ ਹੋ ਰਹੀ ਹੈ ਜੀ। ਜੇਕਰ ਇਹ ਸਾਰੀ ਚੀਜ਼ਾਂ ਹੋ ਜਾਂਦੀਆਂ ਤੇ ਫਿਰ ਕਿਸਾਨਾਂ ਨੂੰ ਹੁਣ ਜਾਂ ਕਦੇ ਵੀ ਅੰਦੋਲਨ ਜਿਹੜੇ ਆ ਉਹ ਨਹੀਂ ਕਰਨੇ ਪੈਣਗੇ। ਫਿਰ ਇੱਕ ਸਿਸਟਮ ਜਿਹੜਾ ਆ ਉਹ ਡਿਵੈਲਪ ਹੋ ਜਾਏਗਾ। ਪ੍ਰਧਾਨ ਮੰਤਰੀ ਨੇ ਇਹਨਾਂ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਅੰਦੋਲਨ ਜੀਵੀ ਹੀ ਕਿਹਾ ਸੀ, ਪਰ ਅੰਤ ਨੂੰ ਇਹ ਗੱਲ ਸਹੀ ਸਿੱਧ ਹੋਈ ਆ ਸਵਲੀਨ ਜੀ ਕਿ ਜਿੱਤ ਜਿਹੜੀ ਆ ਉਹ ਅੰਦੋਲਨ ਜੀਵੀਆਂ ਦੀ ਹੀ ਹੋਈ ਆ। 19 ਤਰੀਕ ਵਾਲੀ ਘਟਨਾ ਦੁਨੀਆ ਦੇ ਕਿਸੇ ਹੋਰ ਮੁਲਕ ਵਿੱਚ ਵਾਪਰੀ ਹੁੰਦੀ ਤੇ ਜ਼ਾਹਿਰਾ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ 19 ਤਰੀਕ ਤੋਂ ਬਾਅਦ 29 ਨਵੰਬਰ ਤੇ 29 ਨਵੰਬਰ ਤੋਂ ਬਾਅਦ 9 ਦਸੰਬਰ ਆਉਂਦੀ, ਕਿਉਂਕਿ ਕਿਸੇ ਵੀ ਦੇਸ਼ ਦੇ ਮੁਖੀ ਦੇ ਐਲਾਨ ਕਰਨ ਤੋਂ ਬਾਅਦ ਜੇਕਰ ਫਿਰ ਉਸ ਗੱਲ ਦੇ ਉੱਤੇ ਵਾਪਸ ਆਉਣ ਨੂੰ 20 ਦਿਨ ਲੱਗਦੇ ਆ ਤੇ ਫਿਰ ਉਹ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਆ ਕਿ ਸਮੱਸਿਆ ਦੀ ਜਿਹੜੀ ਗੰਭੀਰਤਾ ਆ ਉਹ ਕਿੰਨੀ ਵੱਡੀ ਆ। ਜਦੋਂ ਤੁਸੀਂ ਕਿਤੇ ਵੀ ਲਗਾਤਾਰ ਇੱਕ ਜਗ੍ਹਾ ਦੇ ਉੱਤੇ ਰਹਿਣ ਲੱਗ ਜਾਂਦੇ, ਚਾਹੇ ਤੁਹਾਡੇ ਹਾਲਾਤ ਕਿਹੋ ਜਿਹੇ ਵੀ ਹੋਣ, ਤੇ ਮਨੁੱਖੀ ਜਿਹੜਾ ਦਿਮਾਗ ਆ, ਜਿਹੜਾ ਮਨ ਆ, ਉਹ ਬੜੀ ਕੰਪਲੈਕਸ ਚੀਜ਼ ਆ। ਇਹ ਹਰ ਜਗ੍ਹਾ ਆਪਣੇ ਆਪ ਨੂੰ ਐਡਜਸਟ ਕਰ ਲੈਂਦਾ। ਕਿਸਾਨ ਮਹਾਪੰਚਾਇਤਾਂ ਹੋਈਆਂ, ਉਹਦੇ ਵਿੱਚ ਜਿਹੜੀ ਧਰਮ ਦੀ ਜਾਤਾਂ ਦੀ ਲਕੀਰ ਟੁੱਟੀ, ਉਹਦਾ ਪ੍ਰਭਾਵ ਅਸੀਂ ਵੈਸਟਰਨ ਯੂਪੀ ਦੀਆਂ ਇਲੈਕਸ਼ਨਸ ਦੇ ਵਿੱਚ ਵੀ ਦੇਖਾਂਗੇ ਤੇ ਉਹਦਾ ਪ੍ਰਭਾਵ ਸਾਨੂੰ ਆਲੇ ਦੁਆਲੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਲੰਬੇ ਸਮੇਂ ਤੱਕ ਦੇਖਣ ਨੂੰ ਮਿਲੇ। ਡੈਮੋਕ੍ਰੈਟਿਕ ਸਿਸਟਮ ਜਿਹੜਾ ਹੈ ਉਹ ਆਮ ਆਦਮੀ ਪਾਰਟੀ 'ਚ ਨਹੀਂ ਆ। ਜੋ ਕੇਜਰੀਵਾਲ ਕਹਿੰਦੇ ਨੇ ਉਹੀ ਹੁੰਦਾ। ਇੱਥੇ ਉਹਨਾਂ ਨੂੰ ਕਿਹੜੇ ਡੈਮੋਕ੍ਰੈਟਿਕ ਸਿਸਟਮ ਦੇ ਨਾਲ ਆਉਂਦਿਆਂ ਹੀ ਪਾਰਟੀ ਦੇ ਜਿਹੜੇ ਉਪ ਪ੍ਰਧਾਨ ਜਾਂ ਮੀਤ ਪ੍ਰਧਾਨ ਬਣਾ ਦਿੱਤਾ ਗਿਆ। BJP ਦੇ ਲੀਡਰਸ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਆਪਣੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਉਹ ਬਹੁਤ ਦਿਨਾਂ ਤੋਂ ਇਸ ਗੱਲ ਦਾ ਰੌਲਾ ਪਾ ਰਹੇ ਨੇ ਕਿ ਪੰਜਾਬ ਦੇ ਵਿੱਚ ਅਸੀਂ 117 ਦੀਆਂ 117 ਸੀਟਾਂ ਲੜਨੀਆਂ ਨੇ। ਤੇ ਫਿਰ ਉਹਨਾਂ ਨੂੰ ਜਦੋਂ ਪੁੱਛਦੇ ਆ ਕਿ ਤੁਹਾਡਾ ਆਪਣਾ ਮੁੱਖ ਮੰਤਰੀ ਦਾ ਚਿਹਰਾ ਕੌਣ ਆ, ਤੇ ਉਹਦੇ ਬਾਰੇ ਫਿਰ ਕੋਈ ਗੱਲ ਨਹੀਂ ਕਰਦਾ। ਹਰ ਬੰਦਾ ਇਹ ਚਾਹੁੰਦਾ ਆ ਕਿ ਉਹਨੂੰ ਟਿਕਟ ਮਿਲੇ, ਤੇ ਜਿਹਨੂੰ ਟਿਕਟ ਮਿਲਦੀ ਆ ਉਹ ਚਾਹੁੰਦਾ ਆ ਕਿ ਮੈਂ ਜੇ ਜਿੱਤ ਜਾਵਾਂ ਤੇ ਫਿਰ ਮੈਨੂੰ ਵਜ਼ੀਰੀ ਵੀ ਮਿਲੇ, ਤੇ ਜਿਹਨੂੰ ਵਜ਼ੀਰੀ ਦੀ ਆਸ ਹੁੰਦੀ ਆ ਉਹ ਚਾਹੁੰਦਾ ਆ ਫਿਰ ਮੈਨੂੰ ਚੰਗੀ ਵਜ਼ੀਰੀ ਵੀ ਮਿਲੇ, ਡਿਪਾਰਟਮੈਂਟ ਵੀ ਚੰਗਾ ਮਿਲੇ। ਤੇ ਹਰ ਪਾਰਟੀ ਦੇ ਵਿੱਚ ਜਿਹੜਾ ਉੱਪਰਲੀ ਕਤਾਰ ਦਾ ਆਗੂ ਆ ਉਹ ਇਹ ਗੱਲ ਜ਼ਰੂਰ ਸੋਚਦਾ ਆ ਕਿ ਜੇ ਮੌਕਾ ਮਿਲੇ ਤੇ ਉਹ ਮੁੱਖ ਮੰਤਰੀ ਵੀ ਬਣਨਾ ਚਾਹੁੰਦਾ। ਚੰਨੀ ਸਾਹਿਬ ਇੱਕ ਸਟੇਜ ਤੋਂ ਇਹ ਗੱਲ ਕਹਿੰਦੇ ਨੇ ਕਿ ਰੇਤਾ 5.5 ਰੁਪਏ ਫੁੱਟ ਵਿਕੇਗੀ, ਤੇ ਉਸੇ ਵੇਲੇ ਅਗਲੇ ਮਿੰਟ ਹੀ ਮਾਈਕ ਫੜ ਕੇ ਸਿੱਧੂ ਸਾਹਿਬ ਇਹ ਗੱਲ ਕਹਿ ਦਿੰਦੇ ਨੇ ਕਿ ਚੰਨੀ ਸਾਹਿਬ ਤੁਹਾਡੀ ਗੱਲ ਜਿਹੜੀ ਆ ਝੂਠ ਹੈ। ਬਹੁਤ ਸਾਰੇ ਅਜਿਹੇ ਘਰਾਣੇ ਨੇ ਜਿਨ੍ਹਾਂ ਦਾ ਪੰਜਾਬ ਦੀ ਕਾਂਗਰਸ ਦੇ ਨਾਲ ਬੁਰੇ ਦੌਰ ਦਾ ਨਾਤਾ ਆ, ਤੇ ਉਹਨਾਂ ਨੂੰ ਫਿਰ ਇਹਨਾਂ ਨੇ ਇਨਕਾਰ ਨਹੀਂ ਕਰ ਸਕਣਾ ਟਿਕਟਾਂ ਦੇਣ ਤੋਂ। ਭਾਵੇਂ ਇਹਨਾਂ ਨੂੰ ਪਤਾ ਹੈ ਕਿ ਉਹ ਲੋਕ ਜਿਹੜੇ ਉਹ ਜਿੱਤਣ ਦੀ ਖਮਤਾ ਨਹੀਂ ਰੱਖਦੇ, ਪਰ ਫਿਰ ਵੀ ਉਹਨਾਂ ਨੂੰ ਜਿਹੜੀਆਂ ਟਿਕਟਾਂ ਆ ਉਹ ਦਿੱਤੀਆਂ ਜਾਣੀਆਂ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ 'ਚ ਸਾਡੇ ਐਕਸਪਰਟ ਹੋਣਗੇ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਸੁਲੀਨ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸ਼ਰਮਾ ਜੀ, 378 ਦਿਨਾਂ ਦਾ ਸਬਰ ਅੱਜ ਕਿਸਾਨਾਂ ਦੀ ਝੋਲੀ 'ਚ ਪਿਆ ਆ। ਫਾਈਨਲੀ ਕਿਸਾਨਾਂ ਨੇ ਘਰ ਵਾਪਸੀ ਦਾ ਐਲਾਨ ਕਰ ਦਿੱਤਾ ਆ। ਕੀ ਕਹਿਣਾ ਚਾਹੋਗੇ? ਸਵਲੀਨ ਜੀ, ਜਿੰਨੇ ਸੋਹਣੇ ਤਰੀਕੇ ਨਾਲ ਤੁਸੀਂ ਇੱਕ ਲਾਈਨ 'ਚ ਗੱਲ ਮੁਕਾ ਦਿੱਤੀ, ਜੇ ਇਹੀ ਇੱਕ ਲਾਈਨ ਦੇ ਵਿੱਚ ਗੱਲ ਸਰਕਾਰ ਨੇ ਉਦੋਂ ਮੁਕਾ ਦਿੱਤੀ ਹੁੰਦੀ ਤੇ ਗੱਲ ਫਿਰ ਕੁਝ ਵੀ ਨਹੀਂ ਸੀ ਹੋਣੀ। ਸਮੱਸਿਆ ਨੂੰ ਕਈ ਵਾਰ ਸਮਝਣ ਨੂੰ ਬਹੁਤ ਸਮਾਂ ਲੱਗ ਜਾਂਦਾ ਤੇ ਉਹ ਜਿਹੜਾ ਹੱਲ ਆ ਉਹ ਹਾਲਾਂਕਿ ਬਹੁਤ ਸੌਖਾ ਹੁੰਦਾ। ਜਿਹੜਾ ਰੋਗ ਦਾ ਜਿਹੜਾ ਨਾ ਕਾਰਨ ਲੱਭਣੇ ਆ, ਡਾਇਗਨੋਸ ਜਿਹੜਾ ਆ ਉਹੀ ਵੱਡੀ ਗੱਲ ਆ। ਦਵਾਈ ਤੇ ਪਤਾ ਹੁੰਦਾ ਫਿਰ ਮੁੜ ਕੇ ਕਿਹੜੀ ਹੈ ਤੇ ਕਿਹੜੀ ਨਹੀਂ ਹੈ। ਜੇਕਰ ਇਸ ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਮੇਰੀ ਜਾਚੇ ਇਹ ਦੁਨੀਆ ਦੀਆਂ ਮਹਾਨ ਤੇ ਬਹੁਤ ਵੱਡੀਆਂ ਘਟਨਾਵਾਂ 'ਚ ਗਿਣੀ ਜਾਣ ਵਾਲੀ ਗੱਲ ਹੋਵੇਗੀ ਇਸ ਸਦੀ ਦੀ। ਹਾਲਾਂਕਿ ਦੁਨੀਆ ਬਹੁਤ ਵੱਡੀ ਆ, ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰਦੀਆਂ ਨੇ ਤੇ ਉਨੀ ਹੀ ਤੇਜ਼ੀ ਨਾਲ ਪੁਰਾਣੀਆਂ ਵੀ ਹੁੰਦੀਆਂ ਨੇ। ਕੋਵਿਡ ਇੱਕ ਇਹੋ ਜਿਹੀ ਪ੍ਰੋਬਲਮ ਆਈ ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਕਿ ਇੱਕ ਸਦੀ ਦੀ ਮਹਾਮਾਰੀ ਦੇ ਤੌਰ ਤੇ ਜਾਣੀ ਜਾਵੇਗੀ, ਜਿਹਨੇ ਲੱਖਾਂ
ਜ਼ਿੰਦਗੀਆਂ ਨੂੰ ਇਸ ਧਰਤੀ ਤੋਂ ਚੁੱਕ ਲਿਆ। ਤੇ ਕਿਸਾਨ ਅੰਦੋਲਨ ਮੇਰੀ ਜਾਚੇ ਉਸ ਤੋਂ ਵੀ ਵੱਡੀ ਜਿਹੜੀ ਘਟਨਾ ਹੋ ਕੇ ਨਿਬੜੇਗਾ, ਖਾਸ ਤੌਰ ਤੇ ਭਾਰਤ ਦੀ ਧਰਤੀ ਲਈ। ਜੀ ਗੱਲ ਜਦੋਂ ਫਿਰ ਅਸੀਂ ਕਰਦੇ ਹਾਂ ਤੇ ਗੱਲ ਕੁਝ ਵੀ ਨਹੀਂ ਸੀ, ਤੇ ਜੇਕਰ ਅਸੀਂ ਉਹਨੂੰ ਇੱਕ ਹਿੰਡ ਦੇ ਤੌਰ ਤੇ ਦੇਖੀਏ ਤੇ ਗੱਲ ਬੜੀ ਵੱਡੀ ਸੀ। ਲਗਭਗ ਦੋਨੋਂ ਹੀ ਧਿਰਾਂ ਇਹ ਕਹਿੰਦੀਆਂ ਸੀ ਕਿ ਮੈਂ ਨਹੀਂ ਮੰਨਣਾ। ਸਰਕਾਰ ਬਜਿੱਦ ਸੀ ਕਿ ਕਾਨੂੰਨ ਨਹੀਂ ਜੇ ਵਾਪਸ ਕਰਨੇ, ਜੋ ਹੁੰਦਾ ਉਹ ਕਰ ਲਓ। ਤੇ ਕਿਸਾਨ ਇਸ ਗੱਲ ਤੋਂ ਬਜਿੱਦ ਸੀ ਕਿ ਕਾਨੂੰਨ ਵਾਪਸ ਕਰਾਉਣੇ ਨੇ, ਹੋਰ ਕੁਝ ਨਹੀਂ ਜੇ ਕਰਨਾ, ਭਾਵੇਂ ਜੋ ਮਰਜ਼ੀ ਕਰ ਲਓ। ਤੇ ਉਹਦਾ ਅੰਤ ਜਿਹੜਾ ਹੋਇਆ ਉਹ ਇੱਕ ਬਹੁਤ ਹੀ ਸੁਖਦ ਅੰਤ ਹੋਇਆ। ਤੁਸੀਂ ਇੱਦਾਂ ਕਹਿ ਲਓ ਕਿ ਅੱਜ ਅਸੀਂ ਮੀਡੀਆ ਦੇ ਲੋਕ ਵੀ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹੋਣ ਕਰਕੇ ਲੋਕ ਵੀ, ਤੇ ਪੰਜਾਬ ਦੇ ਲੋਕ ਵੀ, ਤੇ ਖੇਤੀ ਨਾਲ ਸਿੱਧੇ ਤੌਰ ਤੇ ਜੁੜੇ ਹੋਣ ਕਰਕੇ ਵੀ ਇਸ ਸਮੱਸਿਆ ਨੂੰ, ਇਸ ਅੰਦੋਲਨ ਦੀ ਜਿੱਤ ਨੂੰ ਲੈ ਕੇ ਅਸੀਂ ਸਾਰੇ ਬਹੁਤ ਖੁਸ਼ ਹਾਂ ਜੀ। ਅੱਜ ਤੋਂ ਵੀ ਜ਼ਿਆਦਾ ਖੁਸ਼ ਅਸੀਂ 19 ਤਰੀਕ ਨੂੰ ਸੀ, ਜਿਸ ਦਿਨ ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਤਿੰਨੋਂ ਹੀ ਜਿਹੜੇ ਕਾਨੂੰਨ ਨੇ ਉਹ ਵਾਪਸ ਲਏ ਜਾਂਦੇ ਹਨ। ਬਾਅਦ ਦੀਆਂ ਜਿਹੜੀਆਂ ਉਤੋਂ ਘਟਨਾਵਾਂ ਸੀ, ਕੁਝ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਹੋਰ ਸਮੱਸਿਆਵਾਂ ਸੀ, ਜਿੱਦਾਂ ਤੁਸੀਂ ਇਹ ਕਹਿ ਲਓ ਕਿ ਇੱਕ ਵੱਡੀ ਬਿਮਾਰੀ ਸੀ ਤੇ ਨਾਲ 2 3 4 ਛੋਟੀਆਂ ਅਲਾਮਤਾਂ ਵੀ ਉਸ ਡਿਊਰੇਸ਼ਨ ਦੇ ਨਾਲ ਜੁੜ ਗਈਆਂ ਸੀ, ਜਿਵੇਂ ਕਿਸਾਨਾਂ ਦੇ ਪਰਚੇ ਨੇ, ਤੇ ਨਾਲ ਦੀ ਨਾਲ ਉਹ ਪਰਾਲੀ ਵਾਲੀ ਘਟਨਾ, ਉਸ ਸਮੇਂ ਦੇ ਦੌਰਾਨ ਹੋਈਆਂ ਮੌਤਾਂ ਦਾ ਵੇਰਵਾ, ਤੇ ਮੌਤਾਂ ਤੇ ਬਾਅਦ ਦੀ ਜਿਹੜੀ ਉਹਨਾਂ ਦੇ ਉੱਤੇ ਮੁਆਵਜ਼ੇ, ਉਹਨਾਂ ਲੋਕਾਂ ਨੂੰ ਨੌਕਰੀ ਦੀ ਗੱਲ, ਜੋ ਵੀ ਘਟਨਾਵਾਂ। ਬਿਲਕੁਲ MSP ਨੂੰ ਤੁਸੀਂ ਇਦਾਂ ਸਮਝ ਲਓ ਕਿ ਉਹ ਇੱਕ ਵੱਡੀ ਬਿਮਾਰੀ ਸੀ, ਉਹ ਉਸ ਤੋਂ ਵੀ ਇੱਕ ਵੱਡੀ ਸਮੱਸਿਆ ਸੀ। ਅੰਦੋਲਨ ਵਾਲੇ 3 ਕਾਨੂੰਨਾਂ ਨਾਲੋਂ ਵੀ ਵੱਡੀ ਜਿਹੜੀ ਗੱਲ ਹੈ ਉਹ MSP ਆ। ਜੇਕਰ ਸਰਕਾਰ ਜਾਂ ਸਰਕਾਰੀ ਧਿਰਾਂ ਜਾਂ ਫਿਰ ਭਾਰਤ ਦਾ ਜਿਹੜਾ ਸਿਸਟਮ ਆ ਸਾਰਾ, ਉਹ ਕਿਸਾਨ ਨੂੰ ਵੀ ਇੱਕ ਪ੍ਰੋਡਿਊਸਰ ਮੰਨ ਲਏ, ਉਹ ਕਿਸਾਨ ਖੇਤੀ ਨੂੰ ਵੀ ਇੱਕ ਉਦਯੋਗ ਮੰਨ ਲਏ। ਇੱਥੇ ਵੀ ਗੱਲ ਚਰਚਾ ਛਿੜੀ ਸੀ ਕੁਝ ਸਾਲ ਪਹਿਲਾਂ ਵੀ ਖੇਤੀ ਨੂੰ ਉਦਯੋਗ ਮੰਨਿਆ ਜਾਵੇ, ਖੇਤੀ ਨੂੰ ਇੱਕ ਇੰਡਸਟਰੀ ਦੇ ਤੌਰ ਤੇ ਤਸਲੀਮ ਕੀਤਾ ਜਾਵੇ। ਇਸ ਗੱਲ ਨੂੰ ਮੰਨਿਆ ਜਾਵੇ ਕਿ ਜਿਹੜੇ ਕਿਸਾਨ ਨੇ ਉਹ ਵੀ ਇੱਕ ਉਦਯੋਗਿਕ ਇਕਾਈ ਦੇ ਤੌਰ ਤੇ ਕੰਮ ਕਰਦੇ ਨੇ, ਤੇ ਕੁਝ ਉਹ ਧਰਤੀ ਤੋਂ ਉਗਾਉਂਦੇ ਨੇ, ਜਿਹੜਾ ਕਿ ਸਾਰੀਆਂ ਦੀਆਂ ਸਾਰੀਆਂ ਇੰਡਸਟਰੀ ਲਈ ਰॉ ਮਟੀਰੀਅਲ ਜਿਹੜਾ ਹੈ ਉਹ ਧਰਤੀ ਚੋਂ ਆਉਂਦਾ। ਤੇ ਜੇਕਰ ਬਾਕੀ ਦੁਨੀਆ ਦੇ ਸਾਰੇ ਪ੍ਰੋਡਿਊਸਰ ਜਿਹੜੇ ਨੇ ਆਪਣੀ ਪ੍ਰੋਡਿਊਸ ਕੀਤੀ ਹੋਈ ਚੀਜ਼ ਨੂੰ, ਆਪਣੀ ਬਣਾਈ ਹੋਈ ਚੀਜ਼ ਨੂੰ ਦਾ ਜਿਹੜਾ ਰੇਟ ਆ, ਮੁੱਲ ਆ, ਉਹ ਆਪ ਤੈਅ ਕਰਦੇ ਨੇ, ਉਹਦੇ 'ਚ ਕੈਪੀਟਲ ਦਾ ਇੰਟਰਸਟ ਐਡ ਕਰਦੇ ਨੇ, ਉਹਦੇ ਵਿੱਚ ਆਪਣੇ ਸਮੇਂ ਦੀ ਜਿਹੜੀ ਕੀਮਤ ਆ ਉਹ ਲਾਉਂਦੇ ਨੇ, ਉਹਦੇ 'ਚ ਆਪਣੇ ਵੱਲੋਂ ਕੀਤੀ ਹੋਈ ਮਿਹਨਤ ਲਾਉਂਦੇ ਨੇ, ਉਹਦੇ ਵਿੱਚ ਜੋ ਕੁਝ ਉਹਨਾਂ ਨੇ ਰਾ ਮਟੀਰੀਅਲ ਯੂਜ਼ ਕੀਤਾ ਹੈ ਉਹਦੀ ਇਨਪੁਟ ਵਿੱਚ ਲਾਉਂਦੇ ਨੇ ਆਪਣੀ, ਉਸ ਤੋਂ ਬਾਅਦ ਫਿਰ ਆਪਣਾ ਕੁਝ % ਪ੍ਰੋਫਿਟ ਐਡ ਕਰਦੇ ਨੇ, ਫਿਰ ਆਪਣੀ ਚੀਜ਼ ਦਾ ਮੁੱਲ ਤੈਅ ਕਰਦੇ ਨੇ ਪ੍ਰੋਡਿਊਸਰ। ਉਸ ਤੋਂ ਬਾਅਦ ਫਿਰ ਜਦੋਂ ਚੀਜ਼ ਸਟਾਕਿਸਟ ਕੋ ਜਾਂਦੀ ਆ, ਸਟਾਕਿਸਟ ਦਾ ਜਿਹੜਾ ਆ ਉਹਦੇ ਤੇ ਲੱਗ ਜਾਂਦਾ, ਐਡਵਰਟਾਈਜ਼ਮੈਂਟ ਦੇ ਖਰਚੇ ਲੱਗਦੇ ਨੇ, ਟਰਾਂਸਪੋਰਟ ਕਾਸਟ ਲੱਗਦੀ ਆ, ਫਿਰ ਮੁੜ ਕੇ ਜਦੋਂ ਸ਼ੋਰੂਮ ਤੱਕ ਚੀਜ਼ ਪਹੁੰਚਦੀ ਆ ਤੇ ਉਹਦੇ ਤੇ ਇੱਕ ਵੱਖਰਾ ਲੇਬਲ ਜਿਹੜਾ ਆ ਉਹ MRP ਜਾਂ ਜਿਹਨੂੰ ਮੈਕਸਿਮਮ ਰਿਟੇਲ ਪ੍ਰਾਈਸ ਕਹਿੰਦੇ ਆ ਉਹ ਲੱਗਦੀ ਆ। ਪਰ ਖੇਤੀ ਦੇ ਮਾਮਲੇ ਵਿੱਚ ਸਵਲੀਨ ਜੀ ਇਦਾਂ ਨਹੀਂ ਹੁੰਦਾ। ਇਸੇ ਕਰਕੇ ਜਿਹੜੀ ਇਹ ਸਮੱਸਿਆ ਦੀ ਮੂਲ, ਇਹਨਾਂ ਕਾਨੂੰਨਾਂ ਤੋਂ ਵੀ ਪਹਿਲਾਂ ਦੀ ਜਿਹੜੀ ਸਮੱਸਿਆ ਮੂਲ ਆ ਉਹ ਇਹੀ ਆ ਕਿ ਕਿੰਨੀ ਚੀਜ਼ ਉਗਾਈ ਜਾਵੇ, ਕਿਹੜੀ ਚੀਜ਼ ਉਗਾਈ ਜਾਵੇ, ਉਹਦੇ ਲਈ ਵਰਤੀ ਜਾਣ ਵਾਲੀਆਂ ਦਵਾਈਆਂ, ਉਹਦੇ ਲਈ ਵਰਤੀਆਂ ਜਾਣ ਵਾਲੀਆਂ ਖਾਦਾਂ, ਉਹਦੇ ਲਈ ਵਰਤੀਆਂ ਜਾਣ ਵਾਲੀਆਂ ਸਪਰੇਆਂ, ਉਹਨਾਂ ਦੀ ਜਿਹੜੀ ਆ ਸੀਮਾ ਨਿਰਧਾਰਿਤ ਹੋਵੇ। ਕਿਸਾਨਾਂ ਨੂੰ ਇੰਨਾ ਅਵੇਅਰ ਕੀਤਾ ਜਾਵੇ ਕਿ ਸਾਰੀਆਂ ਚੀਜ਼ਾਂ ਨੂੰ ਉਹ ਠੀਕ ਠਾਕ ਕਰ ਸਕਣ। ਉਸ ਤੋਂ ਬਾਅਦ ਟਰਾਂਸਪੋਰਟੇਸ਼ਨ, ਮੰਡੀਕਰਨ ਤੇ ਭੰਡਾਰੀਕਰਨ, ਸਟੋਰੇਜ, ਮਾਰਕੀਟਿੰਗ ਤੇ ਟਰਾਂਸਪੋਰਟੇਸ਼ਨ, ਇਹਨਾਂ ਸਾਰੀਆਂ ਚੀਜ਼ਾਂ ਦੇ ਸਮੁਚਿਤ ਪ੍ਰਬੰਧ ਕੀਤੇ ਜਾਣ। ਇਹ ਸਾਰੀਆਂ ਚੀਜ਼ਾਂ ਕਿਸਾਨ ਆਪਣੇ ਲੈਵਲ ਤੇ ਨਹੀਂ ਕਰ ਸਕਦੇ। ਤੇ ਜੇਕਰ ਫਿਰ MSP ਜਿਹੜੀ ਆ ਨਿਰਧਾਰਿਤ ਕਰ ਦਿੱਤੀ ਜਾਵੇ, ਉਹਦੇ ਰਸਤੇ 'ਚ ਰੋੜਾ ਦੱਸ ਦਿੱਤਾ ਜਾਂਦਾ ਕਿ ਸਰਕਾਰ ਇਹਨਾਂ ਚੀਜ਼ਾਂ ਨੂੰ ਖਰੀਦੇਗੀ ਨਹੀਂ। ਦੇਖੋ, ਸਰਕਾਰ ਨੂੰ ਕੋਈ ਖਰੀਦਣ ਲਈ ਨਹੀਂ ਕਹਿ ਰਿਹਾ, ਸਿਰਫ ਔਰ ਸਿਰਫ ਰੇਟ ਤੈਅ ਕਰਨ ਦੀ ਗੱਲ ਹੋ ਰਹੀ ਹੈ। ਜੇਕਰ ਇਹ ਸਾਰੀ ਚੀਜ਼ਾਂ ਹੋ ਜਾਂਦੀਆਂ ਤੇ ਫਿਰ ਕਿਸਾਨਾਂ ਨੂੰ ਹੁਣ ਜਾਂ ਕਦੇ ਵੀ ਅੰਦੋਲਨ ਜਿਹੜੇ ਆ ਉਹ ਨਹੀਂ ਕਰਨੇ ਪੈਣਗੇ। ਫਿਰ ਇੱਕ ਸਿਸਟਮ ਜਿਹੜਾ ਆ ਉਹ ਡਿਵੈਲਪ ਹੋ ਜਾਏਗਾ, ਜਿਹਦੇ ਵਿੱਚ ਖੇਤੀ ਆਧਾਰਿਤ ਲੋਕ ਜਿਹੜੇ ਆ ਉਹ ਆਪਣੀ ਉਪਜ ਦਾ ਪੂਰਾ ਮੁੱਲ ਉਹਨਾਂ ਨੂੰ ਮਿਲੇ। ਉਸ ਤੋਂ ਬਾਅਦ ਫਿਰ ਉਹ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡੀ ਚੇਂਜ ਜਿਹੜੀ ਉਹ ਆ ਸਕਦੀ ਹੈ। ਜਿਹੜੀਆਂ ਗੱਲਾਂ ਨੂੰ ਲੈ ਕੇ ਕਿਸਾਨਾਂ ਦੇ ਵਾਲੇ ਪਾਸੇ 'ਚ ਤਰੁੱਟੀਆਂ ਨੇ, ਉਣਤਾਈਆਂ ਨੇ, ਉਹਨਾਂ ਨੂੰ ਦੂਰ ਕਰਨ ਦੇ ਯਤਨ ਕੀਤੇ ਜਾ ਸਕਦੇ ਨੇ। ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ, ਚਾਹੇ ਉਹ ਖਾਦਾਂ ਦੀ ਵਧੇਰੇ ਵਰਤੋਂ ਆ, ਚਾਹੇ ਉਹ ਸਪਰੇਆਂ ਦੀ ਵਧੇਰੇ ਵਰਤੋਂ ਆ, ਚਾਹੇ ਉਹ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਆ, ਤੇ ਚਾਹੇ ਉਹ ਇੱਕ ਹੀ ਫਸਲ ਨੂੰ ਉਗਾਉਣ ਦੀ ਗੱਲ। ਜੇਕਰ ਇਸ ਗੱਲ ਤੋਂ ਹੁਣ MSP ਵਾਲੀ ਗੱਲ ਤੋਂ ਵਾਪਸ ਅਸੀਂ ਅੰਦੋਲਨ ਦੀ ਗੱਲ ਤੇ ਆਈਏ, ਤੇ ਸਬਰ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਲਾ ਮਿਸਾਲ ਇੱਕ ਵੰਨਗੀ ਪੇਸ਼ ਕੀਤੀ ਆ ਕਿਸਾਨਾਂ ਨੇ। ਕਿਸਾਨ ਅੰਦੋਲਨ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਬਾਰ-ਬਾਰ ਇਸ ਗੱਲ ਲਈ ਵਧਾਈ ਆ, ਤੇ ਜਿੰਨਾ ਵੀ ਅਸੀਂ ਕਹੀਏ ਉਸ ਤੋਂ ਵੀ ਵੱਧ ਉਹਨਾਂ ਨੂੰ ਸਲਾਮ ਆ, ਉਹਨਾਂ ਦੇ ਇਸ ਜਜ਼ਬੇ ਨੂੰ, ਉਹਨਾਂ ਦੀ ਇਸ ਸੋਚ ਨੂੰ,
ਜਿਨ੍ਹਾਂ ਨੇ ਕਿ ਇਹ ਗੱਲ, ਹਾਲਾਂਕਿ ਸਾਡੀ ਸੱਤਾਧਾਰੀ ਧਿਰ ਮਹਾਤਮਾ ਗਾਂਧੀ ਦਾ ਬਹੁਤ ਰਿਗਾਰਡ ਕਰਦੀ ਆ, ਸਾਰੀ ਹੀ ਦੁਨੀਆ ਉਸ ਬੰਦੇ ਦੀ ਜਿਹੜੀ ਆ ਉਹ ਪ੍ਰਸ਼ੰਸਾ ਕਰਦੀ ਆ ਜੀ ਕਿ ਉਹਨਾਂ ਨੇ ਲੋਕਤੰਤਰ ਕਦਰਾਂ ਕੀਮਤਾਂ ਦੇ ਵਿੱਚ ਅੰਦੋਲਨ ਨੂੰ ਅਤੇ ਵਿਰੋਧ ਦਰਸਾਉਣ ਦੇ ਨਵੇਂ ਤਰੀਕੇ ਇਜਾਦ ਕੀਤੇ ਤੇ ਉਹਨਾਂ ਨੂੰ ਅਪਲਾਈ ਕੀਤਾ, ਉਹਨਾਂ ਨੂੰ ਸਫਲ ਕਰਕੇ ਦਿਖਾਇਆ ਜੀ। ਇਹ ਸੱਤਾਧਾਰੀ ਧਿਰ ਜਿਹੜੀ ਆ ਇਹ ਹਾਲਾਂਕਿ ਇੱਕ ਖਾਸ ਤਰ੍ਹਾਂ ਦੀ ਸੋਚ ਦੀ ਜਿਹੜੀ ਆ ਉਹ ਮਾਲਕ ਆ। ਇਹ ਤੇ ਮਹਾਤਮਾ ਗਾਂਧੀ ਦੇ ਇਵਜ਼ ਦੇ ਵਿੱਚ ਗੋਡਸੇ ਦਾ ਵੀ ਸਤਿਕਾਰ ਕਰਨ ਵਾਲੇ ਲੋਕ ਨੇ, ਪਰ ਕਿਸਾਨ ਆਗੂਆਂ ਨੇ ਇਹ ਗੱਲ ਦੱਸ ਦਿੱਤੀ ਕਿ ਤੁਸੀਂ ਜਿਸ ਮਰਜ਼ੀ ਸੋਚ ਦੇ ਧਾਰਨੀ ਹੋਵੋ, ਗਾਂਧੀ ਦੇ ਤੱਥਾਂ ਨੂੰ ਕਦੇ ਵੀ ਤੁਸੀਂ ਝੁਠਲਾ ਨਹੀਂ ਸਕੋਗੇ। ਭਾਵੇਂ ਪ੍ਰਧਾਨ ਮੰਤਰੀ ਨੇ ਇਹਨਾਂ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਅੰਦੋਲਨ ਜੀਵੀ ਹੀ ਕਿਹਾ ਸੀ, ਪਰ ਅੰਤ ਨੂੰ ਇਹ ਗੱਲ ਸਹੀ ਸਿੱਧ ਹੋਈ ਆ ਸਵਲੀਨ ਜੀ ਕਿ ਜਿੱਤ ਜਿਹੜੀ ਆ ਉਹ ਅੰਦੋਲਨ ਜੀਵੀਆਂ ਦੀ ਹੀ ਹੋਈ ਆ। ਜਿੱਤ ਜਿਹੜੀ ਆ ਉਹ ਆਪਣੇ ਹੱਕਾਂ ਦੀ ਰਾਖੀ ਕਰਨ ਵਾਲੇ ਲੋਕਾਂ ਦੀ ਹੋਈ ਆ। ਜਿੱਤ ਜਿਹੜੀ ਆ ਉਹ ਸੱਚ ਦੇ ਪਹਿਰਾ ਦੇਣ ਵਾਲੇ ਲੋਕਾਂ ਦੀ ਹੋਈ ਆ, ਤੇ ਜਿੱਤ ਜਿਹੜੀ ਆ ਉਹ ਸ਼ਾਂਤੀ ਦੇ ਤਰੀਕੇ ਦੇ ਨਾਲ ਆਪਣੀ ਗੱਲ ਰੱਖਣ ਵਾਲੇ ਲੋਕਾਂ ਦੀ ਹੋਈ ਆ। ਜਿੱਦਾਂ ਅਸੀਂ ਅਕਸਰ ਕਹਿੰਦੇ ਆ ਕਿ ਹਿੰਸਾ ਜਾਂ ਲੜਾਈ ਜਿਹੜੀ ਆ ਉਹ ਕਿਸੇ ਮਸਲੇ ਦਾ ਹੱਲ ਨਹੀਂ। ਹਿੰਸਾ ਜਾਂ ਲੜਾਈ ਆਪਣੇ ਆਪ ਦੇ ਵਿੱਚ ਇੱਕ ਨਵਾਂ ਮਸਲਾ ਬਣ ਕੇ ਸਾਹਮਣੇ ਆਉਂਦੀ ਆ, ਜਿਹਨੂੰ ਹੱਲ ਕਰਨ ਲਈ ਫਿਰ ਹੋਰ ਗੱਲਬਾਤ ਤੇ ਹੋਰ ਚਿੰਤਨ ਤੇ ਹੋਰ ਮੰਥਨ ਕਰਨਾ ਪੈਂਦਾ ਜੀ। ਜੇਕਰ ਇਸ ਸਾਰੀ ਘਟਨਾ ਨੂੰ ਦੇਖੀਏ ਤਾਂ ਜਿਹੜੀ ਆ ਕੇਸਾਂ ਵਾਲੀ ਕਹਾਣੀ ਆ, ਇਹ ਵੀ ਉਸੇ ਪਾਸਿਓਂ ਆ ਕੇ ਨਿਕਲੀ ਹੋਈ ਇੱਕ ਅਲਾਮਤ ਆ। ਚਾਹੇ ਹਰਿਆਣਾ ਸਰਕਾਰ ਨੇ ਕਿਸਾਨਾਂ ਦਾ ਵਿਰੋਧ ਕੀਤਾ, ਚਾਹੇ ਉਹ 26 ਜਨਵਰੀ ਵਾਲੀ ਘਟਨਾ ਤੋਂ ਬਾਅਦ ਜਿਹੜੀ ਸਾਰੀ ਘਟਨਾਕ੍ਰਮ ਵਾਪਰਿਆ ਉਹਦੇ ਨਾਲ ਸੰਬੰਧਿਤ ਕੇਸ ਨੇ, ਚਾਹੇ ਹੋਰ ਦੇਸ਼ ਦੇ ਵੱਖ-ਵੱਖ ਭਾਗਾਂ ਦੇ ਵਿੱਚ, ਹਰਿਆਣੇ ਦੇ ਵਿੱਚ ਹੀ ਹਰਿਆਣਾ ਸਰਕਾਰ ਦੇ ਜਿਹੜੇ ਲੋਕਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਦੇ ਉੱਤੇ ਲਾਠੀਚਾਰਜ ਹੋਣ ਦੇ ਕੇਸ ਹੋਏ, ਜਾਂ ਫਿਰ ਉਹਨਾਂ ਦੇ ਹੈਲੀਕਾਪਟਰ ਨੂੰ ਰੋਕ ਲੈਣ ਦੇ ਵਰਗੀਆਂ ਘਟਨਾਵਾਂ ਦੇ ਕੇਸ ਹੋਏ, ਜਾਂ ਪੰਜਾਬ ਦੇ ਵਿੱਚ ਵੀ ਕੁਝ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿੱਥੇ ਕਿਤੇ ਨਾ ਕਿਤੇ ਥੋੜੇ ਬਹੁਤ ਕਿਸਾਨ ਵੀ ਉਗਰ ਨਜ਼ਰ ਆਏ। ਉਹ ਸਾਰੇ ਕੇਸਾਂ ਨੇ ਲੈ ਕੇ ਫਿਰ ਇਹਨੂੰ 19 ਤਰੀਕ ਤੋਂ ਬਾਅਦ 29 ਤਰੀਕ ਤੱਕ ਤੇ 29 ਤਰੀਕ ਤੋਂ ਬਾਅਦ ਅੱਜ 9 ਦਸੰਬਰ ਤੱਕ ਲਟਕਾਇਆ। ਉਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਕਿਸਾਨ ਆਗੂਆਂ ਨੇ ਜਿਸ ਸਿਆਣਪ ਨਾਲ, ਜਿਸ ਸਾਫ਼ ਗੋਈ ਨਾਲ, ਜਿਸ ਸੁਚੱਜੀ ਸੂਝ ਦਾ ਪ੍ਰਗਟਾਵਾ ਦੇ ਕੇ ਹੱਲ ਕੀਤਾ ਆ, ਉਹ ਕਾਬਲੇ ਮਿਸਾਲ ਆ। ਤੇ ਇਹਦੇ ਵਿੱਚ ਅਸੀਂ ਇਹ ਗੱਲ ਬਿਲਕੁਲ ਸਾਫ਼-ਸਾਫ਼ ਮੇਰਾ ਆਪਣਾ ਨਿੱਜੀ ਮੰਨਣਾ ਆ ਕਿ ਭਾਵੇਂ ਕਿ ਸਰਕਾਰ ਨੇ ਇਸ ਗੱਲ ਨੂੰ ਹੱਲ ਕਰਨ ਲਈ ਸਮਾਂ ਕਾਫੀ ਲਾ ਦਿੱਤਾ, ਭਾਵੇਂ ਅਸੀਂ ਅੱਜ ਕਹਿ ਦਈਏ ਕਿ ਉਹਨਾਂ ਨੇ ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਹੱਲ ਕੀਤਾ, ਭਾਵੇਂ ਅਸੀਂ ਕਹਿ ਦਈਏ ਕਿ ਉਹਦੇ ਪਿੱਛੇ ਉਹਨਾਂ ਦੀ ਇੱਕ ਵੱਖਰੀ ਮਨਸ਼ਾ ਆ ਕਿ ਉਹ ਸਿੱਖਾਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਨੇ ਤੇ ਬਾਕੀ ਚੀਜ਼ਾਂ ਨੂੰ ਆਪਣੇ ਨਾਲੋਂ ਥੋੜ੍ਹਾ ਜਿਹਾ ਵੱਖਰਾ ਰੱਖ ਕੇ ਉਹਨਾਂ ਦੀ ਜਿਹੜੀ ਵੋਟਾਂ ਵਾਲੀ ਰਣਨੀਤੀ ਉਹਦੇ 'ਚ ਸਫਲ ਹੁੰਦੀ ਆ। ਕਾਰਨ ਚਾਹੇ ਕੁਝ ਵੀ ਹੋਣ, ਪਰ ਜਿਹੜੀ ਜਿੱਤ ਆ ਉਹ ਜਿੱਤ ਆ। ਜਿਹੜੇ ਮਸਲੇ ਦਾ ਹੱਲ ਲੈ ਕੇ ਕਿਸਾਨ ਉੱਥੇ ਤੱਕ ਪਹੁੰਚੇ ਸੀ, ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਕਮਾਲ ਦੀ ਘਟਨਾ ਆ। ਇਸ ਮੋਰਚੇ ਤੋਂ ਇੱਕ ਗੱਲ ਫੇਰ ਦੁਬਾਰੇ ਸਿੱਧ ਹੋਈ ਆ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਕਹਿਣਾ ਪਿਆ, ਜੰਮੂ ਕਸ਼ਮੀਰ ਦੇ ਵੱਡੇ ਲੀਡਰਾਂ ਨੂੰ, ਕਿ ਇੰਜ ਜੇਕਰ ਅੰਦੋਲਨ ਕੀਤੇ ਜਾਣ ਤੇ ਫਿਰ ਕਿਸੇ ਵੀ ਗੱਲ ਨੂੰ ਲੈ ਕੇ ਅਸੀਂ ਹੱਲ ਜਿਹੜਾ ਆ ਉਹ ਕਰ ਸਕਦੇ ਹਾਂ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਿਸਾਨ ਅੰਦੋਲਨ ਦੀ ਕਰ ਰਹੇ ਸੀ। ਭਾਵੇਂ ਕਿ ਕਿਸਾਨ ਆਗੂਆਂ ਨੇ ਐਲਾਨ ਕਰਤਾ ਕਿ 11 ਤਰੀਕ ਤੋਂ ਘਰ ਵਾਪਸੀ ਹੋਵੇਗੀ, ਪਰ ਕੁਝ ਕਿਸਾਨ ਆਗੂ ਅਜੇ ਵੀ ਕਹਿ ਰਹੇ ਨੇ ਕਿ ਕਿਸਾਨ ਅੰਦੋਲਨ ਖਤਮ ਨਹੀਂ ਹੋਇਆ, ਇਹ ਸਿਰਫ ਮੁਲਤਵੀ ਹੋਇਆ। ਉਹ ਜਿੱਦਾਂ ਉਹ ਪੰਜਾਬੀ 'ਚ ਕਹਿੰਦੇ ਨਾ ਜੀ ਇੱਕ ਕਹਾਣੀ ਕਿ ਸੱਚੇ ਪਿਆਰ ਦਾ ਕਦੇ ਅੰਤ ਨਹੀਂ ਹੁੰਦਾ, ਤੇ ਸੰਘਰਸ਼ ਦਾ ਵੀ ਸੱਤਾਧਾਰੀ ਧਿਰ ਦੇ ਨਾਲ ਕਦੇ ਅੰਤ ਨਹੀਂ ਹੁੰਦਾ। ਅੰਦੋਲਨ ਤੁਸੀਂ ਇੱਦਾਂ ਕਹਿ ਸਕਦੇ ਆ ਕਿ ਇੱਕ ਪੜਾਵ ਜਿਹੜਾ ਆ ਉਹ ਖਤਮ ਹੋ ਗਿਆ। 3-4 ਚੀਜ਼ਾਂ ਨੂੰ ਲੈ ਕੇ ਮਸਲੇ ਜਿਹੜੇ ਉਹ ਹੱਲ ਹੋ ਗਏ ਨੇ। ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ MSP ਨੂੰ ਲੈ ਕੇ ਵੀ ਕੁਝ ਮਸਲੇ ਹੱਲ ਹੋ ਜਾਂਦੇ ਨੇ ਤੇ ਉਹ ਬਹੁਤ ਚੰਗੀ ਗੱਲ ਹੈ। ਪਰ ਫਿਰ ਵੀ ਕਿਸਾਨਾਂ ਨੂੰ ਲੈ ਕੇ ਸਾਰੇ ਮੁਲਕ ਦੇ ਵਿੱਚ ਜੋ ਸਮੱਸਿਆਵਾਂ ਨੇ, ਚਾਹੇ ਉਹ ਕਿਸਾਨ ਕਰਜ਼ਿਆਂ ਨੂੰ ਲੈ ਕੇ ਨੇ, ਚਾਹੇ ਉਹ ਕਿਸਾਨਾਂ ਦੀਆਂ ਸਬਸਿਡੀਜ਼ ਨੂੰ ਲੈ ਕੇ ਨੇ, ਚਾਹੇ ਉਹ ਕਿਸਾਨਾਂ ਦੀ, ਜਿੱਦਾਂ ਅਸੀਂ MSP ਦੀ ਗੱਲ ਕੀਤੀ ਤੇ ਮੰਡੀਕਰਨ ਦੇ ਵਿੱਚ ਕਿਸਾਨਾਂ ਦੀ ਲੁੱਟ ਨੂੰ ਲੈ ਕੇ ਨੇ, ਚਾਹੇ ਉਹ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਆ ਉਹਨਾਂ ਦਾ ਜੋ ਫਿਰ ਉਹਦੀ ਗ੍ਰੇਡਿੰਗ ਨੂੰ ਲੈ ਕੇ ਨੇ, ਚਾਹੇ ਉਹ ਉਹਦੇ ਭੰਡਾਰਨ ਨੂੰ ਲੈ ਕੇ ਸਮੱਸਿਆਵਾਂ ਨੇ, ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ। ਜਿੱਦਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਆ, ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਜੋ ਜਿਵੇਂ ਦੀਆਂ ਪਾਲਿਸੀਜ਼ ਨੇ ਸਰਕਾਰ ਦੀਆਂ,
ਜੇਕਰ ਵੱਡੇ ਲੈਵਲ ਦੀ ਗੱਲ ਕਰੀਏ ਤੇ ਜਿਹੜੇ ਕਿਸਾਨਾਂ ਦੇ ਕਰਜ਼ੇ ਨੇ ਉਹਦੇ ਵਿੱਚੋਂ ਬਹੁਤ ਸਾਰਾ ਹਿੱਸਾ ਜਿਹੜਾ ਆ ਉਹ ਕਾਰਪੋਰੇਟ ਕਰਜ਼ਿਆਂ ਦੇ ਵਿੱਚ ਚਲਿਆ ਜਾਂਦਾ। ਜਿਹੜੀਆਂ ਵੱਡੀਆਂ ਮਸ਼ੀਨਰੀਆਂ ਵਾਲੀਆਂ ਕੰਪਨੀਆਂ ਨੇ ਜਾਂ ਕੋਈ ਵੱਡੀਆਂ ਫਰਟੀਲਾਈਜ਼ਰ ਕੰਪਨੀਆਂ ਨੇ, ਉਹਨਾਂ ਨੂੰ ਜਿਹੜੇ ਦਿੱਤੇ ਜਾਣ ਵਾਲੇ ਪੈਸੇ ਨੇ ਉਹਨੂੰ ਵੀ ਖੇਤੀ ਦੇ ਉੱਤੇ ਖਰਚੇ ਹੋ ਜਾਣ ਵਾਲੇ ਪੈਸਿਆਂ ਦੇ ਵਿੱਚ ਗਿਣ ਲਿਆ ਜਾਂਦਾ। ਹੋਰ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਸਵਲੀਨ ਜੀ, ਜਿਹੜੀਆਂ ਹਾਲੇ ਸਾਡੇ ਧਿਆਨ 'ਚ ਵੀ ਨਹੀਂ ਹੋਣੀਆਂ, ਪਰ ਉਹ ਕਿਸਾਨ ਆਗੂ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਨੇ। ਦੂਸਰੀ ਗੱਲ ਇਹ ਆ ਕਿ ਜਦੋਂ ਤੁਹਾਡਾ ਜਿਹੜਾ ਭਰੋਸਾ ਆ ਉਹ ਕਿਸੇ ਚੀਜ਼ ਤੋਂ ਟੁੱਟ ਜਾਂਦਾ, ਤੇ ਭਰੋਸਾ ਇੱਕ ਇਹੋ ਜਿਹੀ ਚੀਜ਼ ਆ, ਉਹਨੂੰ ਤੁਸੀਂ ਦੁਕਾਨ ਤੋਂ ਜਾਂ ਬਾਜ਼ਾਰੋਂ ਖਰੀਦ ਨਹੀਂ ਸਕਦੇ। ਇਹ ਬਣਾਉਣਾ ਪੈਂਦਾ, ਇਹ ਪੈਦਾ ਕਰਨਾ ਪੈਂਦਾ। ਤੇ ਸੱਤਾਧਾਰੀ ਧਿਰ ਨੇ ਜਿੰਨਾ ਕੁ ਇਸ ਮਸਲੇ ਦੇ ਵਿੱਚ ਲੇਟ ਇਸ ਗੱਲ ਨੂੰ ਕੀਤਾ, ਉਸ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਭਰੋਸਾ ਆ ਉਹ ਟੁੱਟਿਆ ਹੋਇਆ, ਤੇ ਉਹਨੂੰ ਬਹਾਲ ਕਰਨ ਨੂੰ ਟਾਈਮ ਲੱਗੇਗਾ। ਜੇਕਰ ਇਹੀ ਘਟਨਾ 19 ਤਰੀਕ ਵਾਲੀ ਘਟਨਾ ਦੁਨੀਆ ਦੇ ਕਿਸੇ ਹੋਰ ਮੁਲਕ ਵਿੱਚ ਵਾਪਰੀ ਹੁੰਦੀ ਤੇ ਜ਼ਾਹਿਰਾ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ 19 ਤਰੀਕ ਤੋਂ ਬਾਅਦ 29 ਨਵੰਬਰ ਤੇ 29 ਨਵੰਬਰ ਤੋਂ ਬਾਅਦ 9 ਦਸੰਬਰ ਆਉਂਦੀ, ਕਿਉਂਕਿ ਕਿਸੇ ਵੀ ਦੇਸ਼ ਦੇ ਮੁਖੀ ਦੇ ਐਲਾਨ ਕਰਨ ਤੋਂ ਬਾਅਦ ਜੇਕਰ ਫਿਰ ਉਸ ਗੱਲ ਦੇ ਉੱਤੇ ਵਾਪਸ ਆਉਣ ਨੂੰ 20 ਦਿਨ ਲੱਗਦੇ ਆ, ਸੈਕਟਰੀ ਲੈਵਲ ਦੇ ਇੱਕ IAS ਅਫਸਰ ਵੱਲੋਂ ਜੇਕਰ ਅੱਜ ਲਿਖਤੀ ਚਿੱਠੀ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਹੀ ਕਿਸਾਨ ਜਿਹੜੇ ਨੇ ਉਸ ਗੱਲ ਦੇ ਉੱਤੇ ਰਾਜ਼ੀ ਹੁੰਦੇ ਨੇ, ਤੇ ਫਿਰ ਉਹ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਆ ਕਿ ਸਮੱਸਿਆ ਦੀ ਜਿਹੜੀ ਗੰਭੀਰਤਾ ਆ ਉਹ ਕਿੰਨੀ ਵੱਡੀ ਆ। ਇਸੇ ਕਰਕੇ ਫਿਰ ਜੋਗਿੰਦਰ ਯਾਦਵ ਹੋਣ, ਚਾਹੇ ਗੁਰਨਾਮ ਸਿੰਘ ਚੜੂਨੀ ਹੋਣ ਤੇ ਚਾਹੇ ਰਕੇਸ਼ ਟਕੈਤ ਹੋਣ, ਉਹਨਾਂ ਨੂੰ ਇਹ ਗੱਲ ਕਹਿਣੀ ਪਈ ਕਿ ਅੰਦੋਲਨ ਜਿਹੜਾ ਆ ਉਹ ਮੁਲਤਵੀ ਹੋਇਆ, ਸਥਗਿਤ ਹੋਇਆ, ਖਤਮ ਨਹੀਂ ਹੋਇਆ। ਮਸਲਾ ਇਹ ਆ ਕਿ ਕੁਝ ਹੋਰ ਮਸਲੇ ਨੇ ਜਿਹਨੂੰ ਲੈ ਕੇ ਕਿਸਾਨ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇਕੱਠੇ ਹੁੰਦੇ ਰਹਿਣਗੇ, ਤੇ ਵੱਖ-ਵੱਖ ਮੁਲਕ ਦੇ ਭਾਗਾਂ ਦੇ ਵਿੱਚ ਜਾਂ ਫਿਰ ਮੁਲਕ ਦੇ ਲੈਵਲ ਤੇ ਵੀ, ਜੇਕਰ ਪੂਰੇ ਦੇ ਪੂਰੇ ਭਾਰਤ ਪੱਧਰ ਤੇ ਵੀ ਜੇ ਕੋਈ ਸਮੱਸਿਆ ਹੋਵੇਗੀ, ਤੇ ਉਹਨਾਂ ਨੇ ਇਹ ਗੱਲ ਕਹੀ ਰਕੇਸ਼ ਟਕੈਤ ਨੇ ਕਿ ਸੰਯੁਕਤ ਮੋਰਚਾ ਹੁਣ ਬਣ ਗਿਆ ਤੇ ਇਹ ਜਿਹੜਾ ਆ ਉਹ ਬਣਿਆ ਰਹੇਗਾ। ਸਾਰੇ ਮੁਲਕ ਦੇ ਕਿਸਾਨ ਜਿਹੜੇ ਆ ਉਹ ਇਕਜੁੱਟ ਰਹਿਣਗੇ। ਤੇ ਮੈਨੂੰ ਜੋਗਿੰਦਰ ਯਾਦਵ ਦੀ ਕਹੀ ਹੋਈ ਗੱਲ ਉਹ ਬਹੁਤ ਵਾਰ ਯਾਦ ਆਉਂਦੀ ਆ, ਜਿਹੜੀ ਉਹਨਾਂ ਨੇ ਬਹੁਤ ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿ ਭਾਰਤ ਦਾ ਰਾਜਨੀਤੀ ਭਵਿੱਖ ਉਸ ਦਿਨ ਵੱਡੀ ਪੱਧਰ ਤੇ ਚੇਂਜ ਹੋ ਜਾਵੇਗਾ ਜਿਸ ਦਿਨ ਕਿਸਾਨ ਵੋਟ ਬੈਂਕ ਬਣ ਜਾਵੇਗਾ। ਤੇ ਹਾਲਾਤ ਜਿਹੜੇ ਨੇ ਹੁਣ ਉਹੋ ਜਿਹੇ ਪਾਸੇ ਨੂੰ ਤੁਰੇ ਨੇ ਕਿ ਜੇਕਰ ਪੂਰੇ ਮੁਲਕ ਦੀਆਂ 300 400 500 ਜਥੇਬੰਦੀਆਂ ਦਿੱਲੀ ਦੇ ਵਿੱਚ 1 ਸਾਲ ਤੱਕ ਇਕੱਠੀਆਂ ਰਹਿ ਸਕਦੀਆਂ ਨੇ, ਤੇ ਅਸ਼ੋਕ ਧਾਵਲੇ ਜਿਨ੍ਹਾਂ ਨੂੰ ਮਹਾਰਾਸ਼ਟਰ ਤੋਂ ਇਹਨਾਂ ਨੇ ਹੁਣ ਆਪਣੀ 5 ਮੈਂਬਰੀ ਕਮੇਟੀ ਦੇ ਵਿੱਚ ਜੋੜਿਆ। ਸਵਲੀਨ ਜੀ, ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜਿਹੇ ਇਹਨਾਂ ਨੇ ਇੱਕ ਪੈਦਲ ਯਾਤਰਾ ਕੱਢੀ ਸੀ ਜਿਹੜੀ ਨਾਸਿਕ ਤੋਂ ਲੈ ਕੇ ਬੰਬੇ ਤੱਕ ਗਈ ਸੀ, ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇੱਕ ਅੰਦੋਲਨ ਛੇੜਿਆ ਸੀ ਮਹਾਰਾਸ਼ਟਰ ਸਰਕਾਰ ਦੇ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ। ਭਾਵੇਂ ਉਹ ਉਸ ਸਮੱਸਿਆ ਦਾ ਕੋਈ ਹੱਲ ਨੀਤੀਗਤ ਨਹੀਂ ਕੱਢ ਸਕੇ, ਪਰ ਫਿਰ ਵੀ ਇਹ ਉਹ ਲੋਕ ਨੇ ਜਿਹੜੇ ਸਾਰੇ ਦੇਸ਼ ਦੇ ਵਿੱਚ ਆਪਣੇ ਆਪਣੇ ਪੱਧਰ ਤੇ ਲੱਗੇ ਹੋਏ ਸਨ। ਤੇ ਹੁਣ SKM ਨੇ ਉਹਨਾਂ ਨੂੰ ਇੱਕ ਪਛਾਣ ਦਿੱਤੀ ਆ, ਇੱਕ ਜਿਹੜਾ ਆ ਉਹਨਾਂ ਦਾ ਕੱਦ ਤੇ ਉਹਨਾਂ ਦਾ ਜਿਹੜਾ ਰੁਤਬਾ ਆ ਉਹ ਪੂਰੇ ਮੁਲਕ ਦੇ ਲੈਵਲ ਤੇ ਕਿਸਾਨਾਂ ਦੇ ਸਾਹਮਣੇ ਲਿਆ ਕੇ ਰੱਖਿਆ। ਤੇ ਹੁਣ ਤਾਂ ਪੰਜਾਬ ਤੇ ਹਰਿਆਣਾ ਨੂੰ ਛੱਡ ਦਈਏ, ਬਾਕੀ ਦੀਆਂ ਸਟੇਟਾਂ ਨੂੰ ਤੇ ਪਤਾ ਹੋਣ ਲੱਗਣਾ ਸ਼ੁਰੂ ਹੋਣਾ ਹੈ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਕੀ ਨੇ, MSP ਕਿਸ ਬਲਾ ਦਾ ਨਾਮ ਹੈ, ਤੇ ਸਾਰਾ ਕੁਝ ਹੱਲ ਕਿੱਦਾਂ ਹੋ ਸਕਦਾ। ਤੋ ਅੱਜ ਜਿਹੜੀ ਘਟਨਾ ਹੋਈ ਆ ਉਹਦੇ ਵਿੱਚ ਅੰਡਰ ਸੈਕਟਰੀ ਨੇ ਜਿਹੜੇ ਸੰਜੇ ਅਗਰਵਾਲ, ਉਹਨਾਂ ਦੀ ਲਿਖਤ ਚਿੱਠੀ ਤੋਂ ਬਾਅਦ ਉਹਨਾਂ ਨੇ ਇਹ ਗੱਲ ਕੀਤੀ ਕਿ ਅੱਜ ਸ਼ਾਮ ਨੂੰ ਜਦੋਂ ਸਾਡਾ ਪ੍ਰੋਗਰਾਮ ਪ੍ਰਸਾਰਿਤ ਹੋਣਾ ਉਸ ਤੋਂ ਪਹਿਲਾਂ ਹੀ ਜਿਹੜੀ ਫਤਿਹ ਦੀ ਅਰਦਾਸ ਹੋਣੀ ਆ ਮੇਨ ਸਟੇਜ ਤੋਂ, ਤੇ 11 ਤਰੀਕ ਨੂੰ ਸਵੇਰੇ ਉੱਥੋਂ ਆਪਣੀ ਜਿਹੜੀ ਉਹਨਾਂ ਦੀ ਵਾਪਸੀ ਆ ਉਹ ਕਰ ਲਈ ਜਾਵੇਗੀ। ਤੇ 13 ਤਰੀਕ ਨੂੰ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਆਗੂ ਜਿਹੜੇ ਨੇ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਆਪਣਾ ਨਤਮਸਤਕ ਹੋਣਗੇ, ਪਰਮਾਤਮਾ ਨੂੰ ਯਾਦ ਕਰਨਗੇ, ਵਾਹਿਗੁਰੂ ਅੱਗੇ ਅਰਦਾਸ ਕਰਨਗੇ, ਆਪਣੀ ਜਿੱਤ ਲਈ ਖੁਸ਼ੀ ਵੀ ਮਨਾਉਣਗੇ, ਤੇ ਆਉਣ ਵਾਲੇ ਸਮੇਂ ਲਈ ਉੱਥੋਂ ਹੋਰ ਜਿਹੜਾ ਆ ਉਹ ਬਲ ਵੀ ਲੈਣਗੇ। ਜੀ ਸ਼ਰਮਾ ਜੀ, ਇਹ ਗੱਲ ਹੋ ਗਈ ਕਿਸਾਨ ਆਗੂਆਂ ਦੀ ਤੇ ਸਰਕਾਰ ਦੀ, ਪਰ ਜਿਹੜੇ ਆਮ ਲੋਕ ਸਾਡੇ ਵਰਗੇ ਉੱਥੇ ਬੈਠੇ ਨੇ ਪਿਛਲੇ 1 ਸਾਲ ਤੋਂ ਵਧੇਰੇ ਸਮਾਂ ਹੋ ਗਿਆ, ਤੇ ਉੱਥੋਂ ਦੇ ਪਿੰਡਾਂ ਦੇ ਲੋਕਾਂ ਦੇ ਨਾਲ ਜਿਹੜੀ ਸਾਂਝ ਉਹਨਾਂ ਦੀ ਬਣ ਗਈ ਆ, ਜੇ ਇਮੋਸ਼ਨਲ ਫੈਕਟਰ ਦੀ ਗੱਲ ਕਰੀਏ ਤੇ ਵਾਪਸ ਆਉਣਾ ਉਹਨਾਂ ਲਈ ਕਿੰਨਾ ਔਖਾ ਹੈ? ਸਵਲੀਨ ਜੀ, 2 ਘਟਨਾਵਾਂ ਨੇ, ਜੇ ਮੈਂ ਉਹਨਾਂ ਦਾ ਜ਼ਿਕਰ ਤੁਹਾਡੇ ਨਾਲ ਕਰਾਂ ਤੇ ਫਿਰ ਤੁਸੀਂ ਤੇ ਦਰਸ਼ਕ ਵੀ ਸਮਝ ਸਕਦੇ ਆ ਕਿ ਇਮੋਸ਼ਨਸ ਜਿਹੜੇ ਆ ਉਹ ਕਿਵੇਂ ਜੁੜ ਜਾਂਦੇ। ਇੱਕ ਵਿਦੇਸ਼ ਦੀ ਧਰਤੀ ਦੀ ਕਹਾਣੀ ਆ। ਇੱਕ ਬੱਸ ਡਰਾਈਵਰ ਨੇ ਇੱਕ ਛੋਟੀ ਬੱਚੀ ਨੂੰ ਕਿਡਨੈਪ ਕਰ ਲਿਆ, ਉਹਨੇ ਆਪਣੇ ਘਰ ਲੁਕੋ ਕੇ ਰੱਖਿਆ, ਤੇ ਉਹ ਕੁੜੀ ਦੇ ਨਾਲ ਉਹ ਕੀ ਕੁਝ ਕਰਦਾ ਸੀ, ਕਿਵੇਂ ਉਹਨਾਂ ਦਰਿੰਦਗੀ ਨਾਲ ਪੇਸ਼ ਆਉਂਦਾ ਸੀ। ਹੌਲੀ ਹੌਲੀ ਉਹ ਕੁੜੀ ਹਾਈ ਸਕੂਲ ਦੇ ਸਟੂਡੈਂਟ ਸੀ। 10 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਉਹ ਕੁੜੀ ਲੱਭੀ। ਉਹ ਇਕੱਲਾ ਡਰਾਈਵਰ ਸੀ, ਅਮਰੀਕਾ ਦੀ ਘਟਨਾ ਆ। ਤੇ ਉਸ ਤੋਂ ਬਾਅਦ ਉਹ ਕੁੜੀ ਜਦੋਂ ਲੱਭੀ ਤੇ ਉਸ ਕੁੜੀ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ। ਉਹ ਕੁੜੀ ਹਾਲਾਂਕਿ ਉਹਦੇ ਅਬਡਕਸ਼ਨ ਦੇ ਵਿੱਚ ਸੀਗੀ, ਉਹਦੀ ਕਿਡਨੈਪ ਦੇ ਵਿੱਚ ਸੀ, ਉਹਦੀ ਪਨਾਹ ਦੇ ਵਿੱਚ ਸੀ, ਪਰ ਇੰਨੇ ਸਾਲ ਰਹਿੰਦਿਆਂ ਉਹਦੇ ਉਸ ਬੰਦੇ ਦੇ ਨਾਲ ਜਿਹੜੇ ਸਬੰਧ ਸੀ ਉਹ ਚੰਗੇ ਹੋ ਗਏ ਸੀ। ਤੇ ਉਹਨੇ ਅਦਾਲਤ ਦੇ ਵਿੱਚ ਇਸ ਗੱਲ ਦੀ ਗੁਹਾਰ ਲਾਈ ਸੀ ਕਿ ਇਸ ਬੰਦੇ ਨੂੰ ਜੇ ਛੱਡ ਦਿੱਤਾ ਜਾਵੇ ਤੇ ਮੈਨੂੰ ਕੋਈ ਨੁਕਸਾਨ ਨਹੀਂ ਆ ਤੇ ਮੈਨੂੰ ਕੋਈ ਉਜਰ ਨਹੀਂ ਆ। ਪਰ ਖੈਰ ਅਦਾਲਤ ਨੇ ਉਹਨੂੰ ਮਾਫ ਨਹੀਂ ਕੀਤਾ ਤੇ ਉਸ ਬੰਦੇ ਨੂੰ ਉਹਨਾਂ ਨੇ ਉੱਥੇ ਸਜ਼ਾਏ ਜਿਹੜੀ ਮੌਤ ਆ ਉਹ
ਦੇ ਦਿੱਤੀ ਸੀ। ਤੇ ਇਸੇ ਤਰੀਕੇ ਦੇ ਨਾਲ ਤੁਸੀਂ ਇਦਾਂ ਸਮਝ ਸਕਦੇ ਆ ਕਿ ਜਦੋਂ ਤੁਸੀਂ ਕਿਤੇ ਵੀ ਲਗਾਤਾਰ ਇੱਕ ਜਗ੍ਹਾ ਦੇ ਉੱਤੇ ਰਹਿਣ ਲੱਗ ਜਾਂਦੇ ਆ, ਚਾਹੇ ਤੁਹਾਡੇ ਹਾਲਾਤ ਕਿਹੋ ਜਿਹੇ ਵੀ ਹੋਣ, ਤੇ ਮਨੁੱਖੀ ਜਿਹੜਾ ਦਿਮਾਗ ਆ, ਜਿਹੜਾ ਮਨ ਆ, ਉਹ ਬੜੀ ਕੰਪਲੈਕਸ ਚੀਜ਼ ਹੈ। ਹਰ ਜਗ੍ਹਾ ਆਪਣੇ ਆਪ ਨੂੰ ਐਡਜਸਟ ਕਰ ਲੈਂਦਾ। ਬੀਤੇ ਦਿਨਾਂ ਦੇ ਵਿੱਚ ਉੱਥੋਂ ਜਿੱਦਣ 19 ਤਰੀਕ ਤੋਂ ਬਾਅਦ ਦੀ ਘਟਨਾ, ਫਿਰ 29 ਤਰੀਕ ਦੀ ਬਾਅਦ ਦੀ ਘਟਨਾ ਤੋਂ ਬਾਅਦ ਲੋਕਾਂ ਨੇ ਉੱਥੋਂ ਆਪਣਾ ਜਿਹੜਾ ਸਮਾਨ ਆ ਉਹ ਹੌਲੀ ਸਮੇਟਣਾ ਸ਼ੁਰੂ ਕਰ ਦਿੱਤਾ। ਈਵਨ ਕਿ ਕੁਝ ਦਿਨ ਪਹਿਲਾਂ ਨਿਹੰਗ ਜਥੇਬੰਦੀਆਂ ਜਿਹੜੀਆਂ ਆ ਉਹ ਉੱਥੋਂ ਵਾਪਸ ਚੱਲ ਵੀ ਪਈਆਂ। ਤੇ ਚਾਹੇ ਸਿੰਘੂ ਬਾਰਡਰ ਹੋਵੇ, ਚਾਹੇ ਟਿੱਕਰੀ ਬਾਰਡਰ ਹੋਵੇ, ਉੱਥੇ ਵੱਖੋ ਵੱਖਰੇ ਲੈਵਲਸ ਦੇ ਉੱਤੇ ਕੁਝ ਇਹੋ ਜਿਹੇ ਫੰਕਸ਼ਨ ਛੋਟੇ ਆਰਗੇਨਾਈਜ਼ ਕੀਤੇ ਗਏ ਜਿੱਥੇ ਉਹਨਾਂ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੂੰ ਕਿਸਾਨ ਆਗੂਆਂ ਨੇ ਜਾਂ ਉਹ ਜਿਹੜੇ ਵੀ ਉੱਥੇ ਜਥੇਬੰਦੀਆਂ ਗਈਆਂ ਹੋਈਆਂ ਨੇ, ਉਹਨਾਂ ਨੇ ਉਹਨਾਂ ਲੋਕਾਂ ਨੂੰ ਸੱਦ ਕੇ ਸਨਮਾਨਿਤ ਕੀਤਾ, ਕੁਝ ਯਾਦਾਂ ਸਾਂਝੀਆਂ ਕੀਤੀਆਂ ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਅਸੀਂ ਮਿਲਦੇ ਵੀ ਰਵਾਂਗੇ ਤੇ ਤੁਹਾਡੇ ਲਈ ਜਿਹੜੀਆਂ ਪਿੰਡਾਂ ਤੋਂ ਚੀਜ਼ਾਂ ਹੁਣ ਸਾਡੇ ਲਈ ਆਉਂਦੀਆਂ ਸੀ, ਚਾਹੇ ਉਹ ਦੁੱਧ ਸੀ, ਚਾਹੇ ਉਹ ਸਬਜ਼ੀ ਸੀ, ਚਾਹੇ ਉਹ ਰਾਸ਼ਨ ਸੀ, ਚਾਹੇ ਉਹ ਬਾਲਣ ਸੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਉਹ ਜਿਹੜੀਆਂ ਚੀਜ਼ਾਂ ਨੇ ਉਹ ਫਿਰ ਤੋਂ ਵੀ ਉੱਥੇ ਤੱਕ ਭੇਜਦੇ ਰਹੀਏ। ਤੇ ਮੈਂ ਇੱਕ ਤੁਹਾਨੂੰ ਘਟਨਾ ਦੀ ਗੱਲ ਕਰਦਾ ਸੀ। ਇੱਕ ਵਾਰ ਸਾਡੇ ਕਿਸੇ ਬੰਦੇ ਨੂੰ ਕਿਸੇ ਕਾਰਨਵਸ਼ ਜੇਲ੍ਹ 'ਚ ਜਾਣਾ ਪਿਆ ਤੇ ਸਾਨੂੰ ਵੀ ਉਸ ਜੇਲ੍ਹ ਦੇ ਵਿੱਚ ਉਹਨੂੰ ਮਿਲਣ ਜਾਣ ਦਾ ਮੌਕਾ ਮਿਲਿਆ ਤੇ ਜਿਹੋ ਜਿਹੇ ਹਾਲਾਤ ਅਸੀਂ ਦੇਖੇ, ਅਸੀਂ ਵਾਪਸ ਆਏ ਤੇ ਕਾਫੀ ਦੇਰ ਤੱਕ ਅਸੀਂ ਆਪਸ ਦੇ ਵਿੱਚ ਕੋਈ ਗੱਲ ਨਹੀਂ ਕਰ ਸਕੇ। ਬਿਲਕੁਲ ਉਹੋ ਜਿਹੇ ਹਾਲਾਤ ਸੀ ਜਦੋਂ ਅਸੀਂ ਪਹਿਲੀ ਵਾਰੀ ਮੋਰਚੇ ਤੇ ਪਹੁੰਚੇ, ਮੋਰਚੇ ਨੂੰ ਦੇਖਣ ਲਈ ਕਿ ਕੀ ਹੋ ਰਿਹਾ ਹੈ, ਕਿਵੇਂ ਹੋ ਰਿਹਾ ਹੈ। ਚਾਹੇ ਅਸੀਂ ਕਿਸਾਨਾਂ ਦੇ ਤੌਰ ਤੇ ਗਏ ਸੀ, ਚਾਹੇ ਅਸੀਂ ਮੀਡੀਆ ਦੇ ਤੌਰ ਤੇ ਗਏ ਸੀ। ਜਿਹੜੀ ਭਾਵੁਕਤਾ ਦਾ ਸਾਹਮਣਾ ਅਸੀਂ ਕੀਤਾ, ਉਹ ਅਸੀਂ ਚੀਜ਼ਾਂ ਮਹਿਸੂਸ ਕਰ ਸਕਦੇ ਹਾਂ, ਸ਼ਬਦਾਂ ਦੇ ਵਿੱਚ ਉਹ ਚੀਜ਼ਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਕੈਸੇ ਲੋਕ ਸੀ, ਚਾਹੇ ਉਹ ਛੋਟੇ ਜ਼ਿਮੀਂਦਾਰ ਸੀ, ਚਾਹੇ ਉਹ ਮਿਡਲ ਕਲਾਸ ਦੇ ਜ਼ਿਮੀਂਦਾਰ ਸੀ, ਚਾਹੇ ਉਹ ਵੱਡੇ ਜ਼ਿਮੀਂਦਾਰ ਸੀ, ਚਾਹੇ ਉਹ ਯੂਨੀਵਰਸਿਟੀਜ਼ ਦੇ ਸਟੂਡੈਂਟ ਸੀ, ਚਾਹੇ ਉਹ ਅਧਿਆਪਕ ਯੂਨੀਅਨਸ ਦੇ ਲੋਕ ਸੀ, ਚਾਹੇ ਉਹ ਆਮ ਲੋਕ ਸੀ, ਚਾਹੇ ਉਹ ਸਾਡੇ ਵਰਗੇ ਮੀਡੀਆ ਕਰਮੀ ਸੀ। ਮਤਲਬ ਇਹ ਆਪਣੇ ਆਪ ਦੇ ਵਿੱਚ ਇੱਕ ਕਹਾਣੀ ਆ, ਆਪਣੇ ਆਪ ਦੇ ਵਿੱਚ ਇੱਕ ਗ੍ਰੰਥ ਆ। ਇਹਦੇ ਤੇ ਕਿਤਾਬਾਂ ਲਿਖੀਆਂ ਜਾਣਗੀਆਂ, ਡਾਕੂਮੈਂਟਰੀਜ਼ ਹੋਣਗੀਆਂ, ਇਹਦੇ ਤੇ ਥੀਸਿਸ ਲਿਖੇ ਜਾਣਗੇ, ਇਹਦੇ ਤੇ ਫਿਲਮਾਂ ਬਣਨਗੀਆਂ ਕਿ ਕਿਵੇਂ ਲੋਕਾਂ ਨੇ ਉੱਥੇ 377 ਕਿ 378 ਦਿਨ ਬਿਤਾਏ। ਅਸੀਂ ਗਿਣਤੀ ਦੇ 2 3 4 ਚੱਕਰ ਮਾਰੇ ਹੋਣਗੇ ਤੇ ਇੰਨੀਆਂ ਕਿ ਉੱਥੇ ਰਾਤਾਂ ਬਿਤਾਈਆਂ ਹੋਣਗੀਆਂ। ਪਰ ਜੋ ਉੱਥੇ ਦਾ ਮੰਜ਼ਰ ਸੀ, ਇੱਦਾਂ ਤੁਸੀਂ ਕਹਿ ਸਕਦੇ ਆ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਪੰਜਾਬ ਸੀ। ਜੇ ਉਸ ਤੋਂ ਵੀ ਅੱਗੇ ਜਾ ਕੇ ਕਹੀਏ ਤਾਂ ਤੁਸੀਂ ਇੱਦਾਂ ਕਹਿ ਸਕਦੇ ਆ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਛੋਟਾ ਭਾਰਤ ਸੀ ਜਿਹੜਾ ਦਿੱਲੀ ਦੀ ਬਰੂਹਾਂ ਦੇ ਉੱਤੇ 1 ਸਾਲ ਤੱਕ ਵਸਿਆ ਰਿਹਾ। ਉਹਦੀ ਜਿੱਤ ਦੀ ਬਹੁਤ ਖੁਸ਼ੀ ਆ ਤੇ ਉੱਥੋਂ ਵਾਪਸ ਆਉਣ ਦੇ ਵਿੱਚ ਠੀਕ ਆ ਇਮੋਸ਼ਨਸ ਜੁੜੇ ਹੋਣਗੇ, ਪਰ ਇੱਕ ਜਿੱਤ ਦੀ ਖੁਸ਼ੀ ਆ। ਤੇ ਇਹ ਵਾਪਸੀ ਜਿਹੜੀ ਆ ਉਹ ਬਹੁਤ ਛੇਤੀ ਹੋ ਜਾਣੀ ਚਾਹੀਦੀ ਸੀ, ਉਹ ਇੱਕ ਵੱਖਰਾ ਸਬਜੈਕਟ ਆ। ਪਰ ਜਿਵੇਂ ਦੇ ਲੋਕਾਂ ਦੇ ਉੱਥੇ ਦੇ ਲੋਕਾਂ ਨਾਲ ਸੰਬੰਧ ਬਣੇ ਨੇ, ਉੱਥੋਂ ਬਹੁਤ ਸਾਰੀਆਂ ਜਿਹੜੀਆਂ ਆ ਚੀਜ਼ਾਂ ਸਾਹਮਣੇ ਆਉਣਗੀਆਂ। ਤੇ ਇਸੇ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੀਆਂ ਹਰਿਆਣੇ ਦੇ ਵਿੱਚ ਜਾਂ ਯੂਪੀ ਦੇ ਵਿੱਚ ਕਿਸਾਨ ਪੰਚਾਇਤਾਂ ਹੋਈਆਂ, ਕਿਸਾਨ ਮਹਾਪੰਚਾਇਤਾਂ ਹੋਈਆਂ, ਉਹਦੇ ਵਿੱਚ ਜਿਹੜੀ ਧਰਮ ਦੀ ਜਾਤਾਂ ਦੀ ਲਕੀਰ ਟੁੱਟੀ, ਉਹਦਾ ਪ੍ਰਭਾਵ ਅਸੀਂ ਵੈਸਟਰਨ ਯੂਪੀ ਦੀਆਂ ਇਲੈਕਸ਼ਨਸ ਦੇ ਵਿੱਚ ਵੀ ਦੇਖਾਂਗੇ ਤੇ ਉਹਦਾ ਪ੍ਰਭਾਵ ਸਾਨੂੰ ਆਲੇ ਦੁਆਲੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਲੰਬੇ ਸਮੇਂ ਤੱਕ ਦੇਖਣ ਨੂੰ ਮਿਲੇਗਾ। ਜੀ, ਗੱਲ ਪੰਜਾਬ ਦੀ ਰਾਜਨੀਤੀ ਦੀ ਵੀ ਕਰਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਕਿਸਾਨ ਅੰਦੋਲਨ ਤੋਂ ਬਾਅਦ ਗੱਲ ਹੁਣ ਪੰਜਾਬ ਦੀ ਰਾਜਨੀਤੀ ਦੀ ਕਰੀਏ ਤੇ ਸੁੱਚਾ ਸਿੰਘ ਛੋਟੇਪੁਰ ਫਿਰ ਅਕਾਲੀ ਦਲ ਦੀ ਤੱਕੜੀ 'ਚ ਤੁਲ ਗਏ ਨੇ, ਘਰ ਦਾ ਭੇਤੀ ਲੰਕਾ ਢਾਹ ਰਿਹਾ ਤੇ ਕੇਜਰੀਵਾਲ ਨੂੰ ਮੋਟੇ ਹੱਥੀ ਲੈ ਰਹੇ ਨੇ। ਦੇਖੋ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਕਿਸਾਨ ਅੰਦੋਲਨ ਤੋਂ ਬਾਅਦ ਸਿਆਸਤ ਦੀ ਗੱਲ ਕਰਾਂਗੇ, ਹੁਣ ਤੇ ਇਹ ਫਿਕਰ ਹੈ ਕਿ ਹੁਣ ਗੱਲ ਕੀ ਕਰਿਆ ਕਰਾਂਗੇ। ਕਿਸਾਨ ਅੰਦੋਲਨ ਦੀਆਂ ਗੱਲਾਂ ਜਿਹੜੀਆਂ ਸੀ ਉਹਨਾਂ ਦੇ ਨਾਲ ਬਹੁਤ ਲੰਬੀਆਂ ਚਰਚਾਵਾਂ ਜਿਹੜੀਆਂ ਆ ਉਹ ਸਮਾਜਿਕ ਸਰੋਕਾਰ ਨੂੰ ਲੈ ਕੇ, ਤਾਣੇ ਬਾਣੇ ਨੂੰ ਲੈ ਕੇ ਅਸੀਂ ਕਰਦੇ ਰਹੇ ਹਾਂ ਤੇ ਫਿਰ ਵੀ ਕਰਦੇ ਰਹਾਂਗੇ, ਕਿਉਂਕਿ ਮਸਲੇ ਜਿਹੜੇ ਆ ਉਹ ਹੋਰ ਬਹੁਤ ਨੇ। ਹਾਲੇ ਤੇ ਰਾਜਨੀਤੀ ਵੇਲੀ ਜਿਹੜੀ ਆ ਬਹੁਤ ਗੰਭੀਰ ਹੋਈ ਪਈ ਆ। ਸੁੱਚਾ ਸਿੰਘ ਛੋਟੇਪੁਰ ਬਹੁਤ ਪੁਰਾਣੀ ਕਤਾਰ ਦੇ ਲੀਡਰ ਨੇ। 1975 ਦੇ ਵਿੱਚ ਉਹਨਾਂ ਨੇ ਰਾਜਨੀਤੀ ਸ਼ੁਰੂ ਕੀਤੀ, ਆਪਣੇ ਪਿੰਡ ਦੇ ਸਰਪੰਚ ਬਣੇ, ਫਿਰ ਆਜ਼ਾਦ ਚੋਣ ਲੜੀ ਤੇ ਫਿਰ ਉਸ ਤੋਂ ਬਾਅਦ ਹਾਰੇ ਵੀ ਤੇ ਫਿਰ 14 ਚੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਬਣੇ। ਬਾਅਦ ਵਿੱਚ ਇੱਕ ਦੋਸ਼ ਲਾ ਕੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ, ਬਹੁਤ ਰੌਲਾ ਪੈਂਦਾ ਰਿਹਾ ਤੇ ਬਹੁਤ ਵਾਰ ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ ਕਿ ਆਮ ਆਦਮੀ ਪਾਰਟੀ ਨੂੰ ਉਹਨਾਂ ਨੂੰ ਪਾਰਟੀ ਚੋਂ ਹਟਾਉਣ ਦਾ ਬਹੁਤ ਨੁਕਸਾਨ ਹੋਇਆ ਤੇ ਕਾਫੀ ਦਿਨ ਤੋਂ ਇਹ ਖਬਰ ਚੱਲ ਰਹੀ ਸੀ ਕਿ ਉਹ
ਛੇਤੀ ਹੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਜੁਆਇਨ ਕਰ ਲੈਣਗੇ। ਤੇ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਕੋਈ ਚੰਗਾ ਦਿਨ ਲੱਭਦਾ ਸੀਗਾ ਕਿ ਜੁਆਇਨ ਕਦੋਂ ਕਰਾਈਏ, ਤੇ ਅੱਜ ਵੀ ਮੈਨੂੰ ਲੱਗਦਾ ਕਿ ਕਿਸਾਨ ਅੰਦੋਲਨ ਜਿਹੜਾ ਆ ਉਹ ਖਤਮ ਹੋਣ ਵਾਲੀ ਖੁਸ਼ੀ ਦੇ ਵਿੱਚ ਇਹ ਖਬਰ ਜਿਹੜੀ ਆ ਉਹ ਵਾਕਈ ਫਿਰ ਕਿਤੇ ਛੋਟੀ ਰਹਿ ਜਾਣੀ ਆ ਛੋਟੇਪੁਰ ਸਾਹਿਬ ਵਾਂਗ। ਪਰ ਦੇਖੋ ਇਹ ਰੁੱਤ ਆ, ਇਹ ਸਮਾਂ ਆ ਇਦਾਂ ਦਾ ਜਦੋਂ ਲੋਕ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਜਾ ਰਹੇ ਨੇ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਕਨਸੋਆਂ ਜਿਹੜੀਆਂ ਨੇ ਇਹੋ ਜਿਹੀਆਂ ਆ ਰਹੀਆਂ ਨੇ। ਅੱਜ ਵੀ ਕਿਸੇ ਚੈਨਲ ਤੇ ਭਾਜਪਾ ਦੇ ਲੀਡਰ ਗੱਲ ਕਰਦੇ ਸੀਗੇ ਕਿ ਬਹੁਤ ਜਿਹੜੇ ਲੋਕ ਨੇ ਉਹ ਆਉਣ ਲਈ ਤਿਆਰ ਨੇ, ਲਾਈਨ ਬੜੀ ਲੰਬੀ ਆ ਤੇ ਦੇਖਦੇ ਆ ਕਿਹਨੂੰ ਲੈਣਾ ਤੇ ਕਿਹਨੂੰ ਨਹੀਂ ਲੈਣਾ। ਸੁੱਚਾ ਸਿੰਘ ਛੋਟੇਪੁਰ ਨੇ ਜਿਹੜੀਆਂ ਗੱਲਾਂ ਕੀਤੀਆਂ, ਬਿਲਕੁਲ ਤੁਸੀਂ ਦੱਸਿਆ ਕਿ ਉਹਨਾਂ ਨੇ ਕੇਜਰੀਵਾਲ ਦੇ ਦਿਵਾਲੇ ਹੋਣ ਵਾਲੀ ਗੱਲ ਕੀਤੀ ਕਿ ਉਹ ਪੰਜਾਬ ਤੋਂ ਬਾਹਰ ਨੇ, ਉਹ ਇੱਦਾਂ ਕਰਦੇ ਨੇ ਉੱਦਾਂ ਕਰਦੇ ਨੇ। ਉਹਨਾਂ ਦੇ ਨਾਲ ਜੋ ਵਾਕਿਆ ਹੋਏ ਉਹ ਸਾਰੀਆਂ ਘਟਨਾਵਾਂ ਉਹਨਾਂ ਨੇ ਗਿਣਾਈਆਂ ਕਿ ਅਸੀਂ ਉਹਨਾਂ ਨੂੰ ਛੱਡਣ ਗਏ ਸੀ, ਉਹਨਾਂ ਨੇ ਮੈਨੂੰ ਬੁਲਾਇਆ ਨਹੀਂ, ਉਹ ਆਖਰੀ ਗੱਲਬਾਤ ਸੀ, ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਕੋਈ ਸਰੋਕਾਰ ਨਹੀਂ ਕੀਤਾ। ਕੁਝ ਆਪਸ ਦੇ ਵਿੱਚ ਉਹਨਾਂ ਦੇ ਗਿਲੇ ਸ਼ਿਕਵੇ ਹੋਰ ਲੀਡਰਾਂ ਨਾਲ ਵੀ ਰਹੇ ਹੋਣਗੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਵੀ ਸੁਣਾਈ ਕਿ ਕੇਜਰੀਵਾਲ ਜੇਕਰ ਇੰਨਾ ਹੀ ਸਿਆਣਾ ਹੈ ਤਾਂ ਉਹ ਆਪਣੇ MLAs ਨੂੰ ਸੰਭਾਲ ਕੇ ਕਿਉਂ ਨਹੀਂ ਰੱਖ ਸਕਿਆ, 2014 ਦੇ ਬਣਾਏ ਹੋਏ ਜਿਹੜੇ MP ਸੀ ਉਹ ਉਹਨਾਂ ਨਾਲ ਕਿਉਂ ਨਹੀਂ ਰਹੇ। ਸਾਰੀਆਂ ਗੱਲਾਂ ਵੱਖਰੀਆਂ ਨੇ। ਤੇ ਨਾਲ ਦੀ ਨਾਲ ਇਹ ਗੱਲ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੀ ਭਲਾਈ ਕਰਨ ਵਾਲੀ ਪਾਰਟੀ ਆ, ਕਿਉਂਕਿ ਜਿੱਥੇ ਹੁਣ ਜਿਸ ਘਰ 'ਚ ਤੁਸੀਂ ਆਏ ਆ ਉਸ ਘਰ ਦੀ ਸਿਫਤ ਤਾਂ ਕਰਨੀ ਬਣਦੀ ਆ, ਤੇ ਜਿੱਥੋਂ ਆਏ ਆ ਉਹਦੀ ਨਿੰਦਿਆ ਵੀ ਜ਼ਾਹਿਰ ਤੌਰ ਤੇ ਕਰਨੀ ਹੀ ਪੈਣੀ ਸੀ। ਅਕਸਰ ਹੀ ਮੈਂ ਕਹਿੰਦੀ ਹੁੰਨੀ ਵੀ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਹਾਂ ਬਿਲਕੁਲ ਤੁਹਾਡੇ ਜਿਹੜੇ ਗੱਲਬਾਤ ਆ ਉਹ ਬਿਲਕੁਲ ਠੀਕ ਆ। ਉਹਨਾਂ ਦੀ ਮਾਝੇ ਵਾਲੀ ਭਾਸ਼ਾ ਵੀ ਇਹੋ ਹੀ ਆ। ਤੇ ਉਹਨਾਂ ਨੇ ਹੁਣ ਗੱਲ ਕੀਤੀ ਉਹਨਾਂ ਨੇ ਸੁਵਲੀਨ ਜੀ ਕਿ ਡੈਮੋਕ੍ਰੈਟਿਕ ਸਿਸਟਮ ਜਿਹੜਾ ਹੈ ਉਹ ਆਮ ਆਦਮੀ ਪਾਰਟੀ 'ਚ ਨਹੀਂ ਆ, ਜੋ ਕੇਜਰੀਵਾਲ ਕਹਿੰਦੇ ਨੇ ਉਹੀ ਹੁੰਦਾ। ਤੇ ਇੱਥੇ ਉਹਨਾਂ ਨੂੰ ਕਿਹੜੇ ਡੈਮੋਕ੍ਰੈਟਿਕ ਸਿਸਟਮ ਦੇ ਨਾਲ ਆਉਂਦਿਆਂ ਹੀ ਪਾਰਟੀ ਦੇ ਜਿਹੜੇ ਆ ਉਪ ਪ੍ਰਧਾਨ ਜਾਂ ਮੀਤ ਪ੍ਰਧਾਨ ਬਣਾ ਦਿੱਤਾ ਗਿਆ। ਤੇ ਨਾਲ ਦੀ ਨਾਲ ਆਉਂਦਿਆਂ ਹੀ ਅਕਾਲੀ ਦਲ ਨੇ ਪਤਾ ਨਹੀਂ ਕਿਹੜੀ PAC ਦੀ ਕਮੇਟੀ ਦੀ ਮੀਟਿੰਗ ਬਿਠਾ ਕੇ ਉਹ ਪਹਿਲਾਂ ਹੀ ਜਾਂ ਤੈਅ ਕੀਤਾ ਸੀਗਾ ਤੇ ਜਿਹੜੀ ਉਹਨਾਂ ਨੂੰ ਸੀਟ ਐਲਾਨ ਕਰ ਦਿੱਤੀ ਗਈ। ਇਹ ਜਿਹੜੀਆਂ ਗੱਲਾਂ ਨੇ, ਇਹ ਜਿਹੜੇ ਵਾਅਦੇ ਨੇ, ਇਹ ਜਿਹੜੀਆਂ ਐਲਾਨ ਨੇ ਜਾਂ ਮੀਡੀਆ ਦੇ ਮੁਖਾਤਬ ਹੋ ਕੇ ਜਿਹੜੀਆਂ ਗੱਲਾਂ ਨੇ, ਫਿਰ ਅਸੀਂ ਉਹੀ ਕਹਿੰਦੇ ਹਾਂ ਕਿ ਇਹਨਾਂ ਦੇ ਕੁਝ ਪੱਕੇ ਰਟਾਏ ਡਾਇਲੋਗ ਨੇ ਜਿਹੜੇ ਕਿਸੇ ਵੀ ਪਾਰਟੀ ਦੇ ਲੋਕ ਹੁਣ ਉਹੀ ਬੋਲਦੇ ਨੇ। ਜਦੋਂ ਕਿਸੇ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਂਦੀ ਤਾਂ ਫਿਰ ਕਹਿ ਦਿੰਦੇ ਆ ਕਿ ਕਾਨੂੰਨ ਆਪਣਾ ਕੰਮ ਕਰੇਗਾ, ਸਰਕਾਰ ਉਹਦੇ 'ਚ ਕੁਝ ਨਹੀਂ ਕਰਦੀ। ਜਦੋਂ ਤੁਸੀਂ ਵਿਰੋਧੀ ਧਿਰ 'ਚ ਹੁੰਦੇ ਆ ਤਾਂ ਫਿਰ ਤੁਸੀਂ ਕਹਿੰਦੇ ਆ ਕਿ ਸਰਕਾਰ ਜਿਹੜੀ ਆ ਉਹ ਸੰਸਥਾਵਾਂ ਦਾ ਦੁਰਉਪਯੋਗ ਕਰਦੀ ਆ। ਜਦੋਂ ਤੁਸੀਂ ਉਸ ਧਿਰ 'ਚ ਆ ਜਾਂਦੇ ਆ, ਸੱਤਾ ਧਿਰ 'ਚ ਆਉਂਦੇ ਆ, ਤਾਂ ਫਿਰ ਮੋਦੀ ਸਾਹਿਬ ਕਹਿੰਦੇ ਆ ਕਿ ED ਤੇ CBI ਜਿਹੜੀ ਆ ਉਹ ਆਪਣਾ ਕੰਮ ਕਰਦੀ ਆ, ਮੇਰਾ ਉਹਦੇ 'ਚ ਕੋਈ ਦੋਸ਼ ਨਹੀਂ। ਸੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ, ਇਹ ਗੱਲ ਵੱਖਰੀ ਆ। ਹਰ ਇੱਕ ਬੰਦੇ ਨੂੰ ਅਧਿਕਾਰ ਆ ਕਿ ਕਿਹਨੇ ਕਿਸ ਪਾਰਟੀ ਨੂੰ ਜੁਆਇਨ ਕਰਨਾ ਹੈ ਤੇ ਕਿਸ ਪਾਰਟੀ ਨੂੰ ਛੱਡਣਾ ਆ। ਪਰ ਜਿਹੜੇ ਉਹ ਵਾਅਦੇ ਨੇ ਤੇ ਜਿਹੜੇ ਉਹ ਐਲਾਨ ਨੇ ਤੇ ਜਿਹੜੇ ਉਹ ਭਾਸ਼ਣ ਨੇ ਉਹ ਵਨ ਐਂਡ ਦਾ ਸੇਮ ਥਿੰਗ, ਉਹਦੇ 'ਚ ਕੋਈ ਬਦਲਾਵ ਨਹੀਂ ਜੀ। ਛੋਟੇਪੁਰ ਦੀ ਛੱਡੀ ਹੋਈ ਪਾਰਟੀ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤੇ ਭਗਵੰਤ ਮਾਨ ਬੜੇ ਪਾਰਟੀ ਦੇ ਸੱਚੇ ਸਿਪਾਹੀ ਹੋਣ ਦਾ ਦਾਅਵਾ ਕਰ ਰਹੇ ਸੀ। ਕਹਿੰਦੇ ਜਿੱਥੇ ਖੜੇ ਕਰ ਦੇਣਗੇ ਮੈਂ ਉੱਥੇ ਹੀ ਖੜੇ ਹੋਣਾ। ਦੇਖੋ, ਜਦੋਂ BJP ਦੇ ਲੀਡਰਸ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਆਪਣੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਉਹ ਬਹੁਤ ਦਿਨਾਂ ਤੋਂ ਇਸ ਗੱਲ ਦਾ ਰੌਲਾ ਪਾ ਰਹੇ ਨੇ ਕਿ ਪੰਜਾਬ ਦੇ ਵਿੱਚ ਅਸੀਂ 117 ਦੀਆਂ 117 ਸੀਟਾਂ ਲੜਨੀਆਂ ਨੇ। ਤੇ ਫਿਰ ਉਹਨਾਂ ਨੂੰ ਜਦੋਂ ਪੁੱਛਦੇ ਆ ਕਿ ਤੁਹਾਡਾ ਆਪਣਾ ਮੁੱਖ ਮੰਤਰੀ ਦਾ ਚਿਹਰਾ ਕੌਣ ਆ, ਤੇ ਉਹਦੇ ਬਾਰੇ ਫਿਰ ਕੋਈ ਗੱਲ ਨਹੀਂ ਕਰਦੇ ਜੀ। ਫਿਰ ਉਹ ਕਹਿੰਦੇ ਨੇ ਕਿ ਅਸੀਂ ਜਿਹੜੀ ਇਲੈਕਸ਼ਨ ਆ ਉਹ ਪ੍ਰਧਾਨ ਮੰਤਰੀ ਦੇ ਦਮ ਤੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਤੇ ਲੜਨੀ ਆ। ਤੇ ਫਿਰ ਜਦੋਂ ਆਮ ਆਦਮੀ ਪਾਰਟੀ ਨੂੰ ਇਹ ਗੱਲ ਪੁੱਛੀ ਜਾਂਦੀ ਆ ਕਿ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਤੇ ਭਗਵੰਤ ਮਾਨ ਕਹਿੰਦੇ ਨੇ ਕਿ ਚਿਹਰਾ ਕੋਈ ਵੀ ਹੋਵੇ, ਅਸੀਂ ਚਿਹਰਾ ਦੱਸ ਕੇ ਲੜਾਂਗੇ, ਅਸੀਂ ਕੁਝ ਦਿਨ ਹੋਰ ਇੰਤਜ਼ਾਰ ਕਰੋ, ਅਸੀਂ ਐਲਾਨ ਜਿਹੜਾ ਆ ਉਹ ਜ਼ਰੂਰ ਕਰਾਂਗੇ। ਫਿਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਆਪ ਮੁੱਖ ਮੰਤਰੀ ਬਣਨ ਦੇ ਇੱਛੁਕ ਆ, ਤੇ ਉਹਨਾਂ ਨੇ ਕਿਹਾ ਕਿ ਨਹੀਂ, ਮੇਰੇ ਤੁਸੀਂ ਮੂੰਹ 'ਚ ਸ਼ਬਦ ਨਾ ਪਾਓ ਕਿ ਮੈਂ ਚੋਣ ਮੁੱਖ ਮੰਤਰੀ ਬਣ ਕੇ ਲੜਨੀ ਚਾਹੁੰਦਾ ਜਾਂ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਲੜਨੀ ਚਾਹੁੰਦਾ। ਪਰ ਪਾਰਟੀ ਦੇ ਹਰ ਹੁਕਮ ਦੀ ਕਹਿੰਦੇ ਮੈਂ ਤਾਮੀਲ ਕਰੂੰਗਾ। ਬਿਲਕੁਲ, ਉਹਨਾਂ ਨੇ ਸਾਫ਼-ਸਾਫ਼ ਗੱਲ ਕੀਤੀ ਕਿ ਅਸੀਂ ਇਸ ਪਾਰਟੀ ਨੂੰ ਖੜਾ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਅਸੀਂ ਪੰਜਾਬ ਦੇ ਵਿੱਚ ਕੁਝ ਚੀਜ਼ਾਂ ਚੰਗੀਆਂ ਕਰਨੀਆਂ ਚਾਹੁੰਦੇ ਹਾਂ, ਜਿਸ ਰਸਤੇ ਤੇ ਪੰਜਾਬ ਨੂੰ ਅਸੀਂ ਤੋਰਨਾ ਚਾਹੁੰਦੇ ਹਾਂ ਉਸੇ ਰਸਤੇ ਤੇ ਤੋਰਨਾ ਚਾਹੁੰਦੇ ਹਾਂ, ਤੇ ਉਸ ਰਸਤੇ ਤੇ ਤੋਰਨ ਲਈ ਸਾਨੂੰ ਜਿੰਨੀ ਵੀ ਮਿਹਨਤ ਕਰਨੀ ਪਵੇ ਅਸੀਂ ਓਨੀ ਮਿਹਨਤ ਕਰਾਂਗੇ। ਜੇਕਰ ਮੇਰੇ ਬੌਸ ਜਾਂ ਪਾਰਟੀ ਦੀ ਹਾਈ ਕਮਾਂਡ ਇਹ ਕਹੇਗੀ ਕਿ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਲੜੋ, ਤੇ ਮੈਂ ਚਿਹਰਾ ਬਣ ਕੇ ਲੜਾਂਗਾ। ਜੇ ਉਹ ਕਹਿਣਗੇ ਕਿ ਤੁਸੀਂ ਚੋਣ ਲੜੋ ਤੇ ਮੈਂ ਚੋਣ ਲੜਾਂਗਾ, ਜੇ ਉਹ ਕਹਿਣਗੇ ਨਹੀਂ ਲੜੋ ਤੇ ਮੈਂ ਚੋਣ ਨਹੀਂ ਲੜਾਂਗਾ। ਪਰ ਅਸੀਂ ਸਾਰੇ ਜਾਣਦੇ ਹਾਂ ਸਵਲੀਨ ਜੀ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਮੀਡੀਆ ਦੇ ਸਾਹਮਣੇ ਕਰਨ ਵਾਲੀਆਂ ਹੀ ਹਨ। ਤੇ ਅੰਦਰਗਤੀ ਹਰ ਬੰਦਾ ਇਹ ਚਾਹੁੰਦਾ ਆ ਕਿ ਉਹਨੂੰ ਟਿਕਟ ਮਿਲੇ, ਤੇ ਜਿਹਨੂੰ ਟਿਕਟ ਮਿਲਦੀ ਆ ਉਹ ਚਾਹੁੰਦਾ ਆ ਕਿ ਮੈਂ ਜੇ ਜਿੱਤ ਜਾਵਾਂ ਤੇ ਫਿਰ ਮੈਨੂੰ ਵਜ਼ੀਰੀ ਵੀ ਮਿਲੇ, ਤੇ ਜਿਹਨੂੰ ਵਜ਼ੀਰੀ ਦੀ ਆਸ ਹੁੰਦੀ ਆ ਉਹ ਚਾਹੁੰਦਾ ਆ ਫਿਰ ਮੈਨੂੰ ਚੰਗੀ ਵਜ਼ੀਰੀ ਵੀ ਮਿਲੇ, ਡਿਪਾਰਟਮੈਂਟ ਵੀ ਚੰਗਾ ਮਿਲੇ। ਤੇ ਹਰ
ਪਾਰਟੀ ਦੇ ਵਿੱਚ ਜਿਹੜਾ ਉੱਪਰਲੀ ਕਤਾਰ ਦਾ ਆਗੂ ਆ ਉਹ ਇਹ ਗੱਲ ਜ਼ਰੂਰ ਸੋਚਦਾ ਆ ਕਿ ਜੇ ਮੌਕਾ ਮਿਲੇ ਤੇ ਉਹ ਮੁੱਖ ਮੰਤਰੀ ਵੀ ਬਣਨਾ ਚਾਹੁੰਦਾ। ਸਾਨੂੰ ਯਾਦ ਆ ਉਹ ਦਿਨ ਜਦੋਂ ਕੈਪਟਨ ਸਾਹਿਬ ਦੀ ਤਾਜਪੋਸ਼ੀ ਲੈ ਲਈ ਗਈ ਸੀ, ਉਹਨਾਂ ਕੋਲੋਂ ਤਾਜ ਲਾਹ ਲਿਆ ਗਿਆ ਸੀ ਤੇ ਇੱਥੇ ਕਾਂਗਰਸ ਦੇ ਵਿੱਚ ਪਤਾ ਨਹੀਂ ਲੱਗਦਾ ਸੀ ਕਿ ਕਿੰਨੇ ਕੁ ਆਗੂ ਨੇ ਜਿਹੜੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ। ਤੇ ਜਦੋਂ ਜਾਖੜ ਤੋਂ ਬਾਅਦ ਸਿੱਧੂ ਸਾਹਿਬ ਨੂੰ ਪ੍ਰਧਾਨਗੀ ਦਿੱਤੀ ਗਈ ਤੇ 4 ਉਪ ਪ੍ਰਧਾਨ ਲਾ ਦਿੱਤੇ ਗਏ ਸੀ, ਉਹ ਮਿੰਟਾਂ ਸਕਿੰਟਾਂ 'ਚ ਹੀ ਨਿਕਲ ਆਏ ਸਾਹਮਣੇ। ਸੋ ਲੀਡਰ ਦੀ ਜਿਹੜੀ ਹੈਗੀ ਆ ਕਹਾਣੀ, ਉਹ ਹਰ ਬੰਦਾ ਜਿਹੜੀ ਆ ਉਹ ਸਰਵਉੱਚ ਪਦ ਤੱਕ ਪਹੁੰਚਣਾ ਚਾਹੁੰਦਾ। ਕਾਂਗਰਸ ਦੇ ਵਿੱਚ ਜਦੋਂ ਚੋਣ ਦੀ ਗੱਲ ਹੋਈ ਸੀ ਸੋਨੀਆ ਗਾਂਧੀ ਤੋਂ ਬਾਅਦ ਤੇ ਕਈ ਪ੍ਰਧਾਨ ਮੰਤਰੀ ਨਜ਼ਰ ਆਉਂਦੇ ਸੀ। ਸੋ ਉਹ ਇੱਕ ਜਿਹੜਾ ਇੱਕ ਸੁਭਾਵਕ ਮਨੁੱਖੀ ਮਨਸ਼ਾ ਆ ਕਿ ਅੱਗੇ ਤੋਂ ਅੱਗੇ ਵਧਣ ਦੀ, ਉਹਦੇ 'ਚ ਚਾਹੇ ਭਗਵੰਤ ਮਾਨ ਹੋਵੇ, ਚਾਹੇ ਨਵਜੋਤ ਸਿੰਘ ਸਿੱਧੂ ਹੋਵੇ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਸਾਰੇ ਹੀ ਹਾਜ਼ਰ ਨੇ ਜੀ। ਗੱਲ ਜੇ ਪੰਜਾਬ ਕਾਂਗਰਸ ਦੀ ਕਰੀਏ ਤੇ ਕਹਿੰਦੇ ਆ ਕਿ ਸਿੱਧੂ ਨੂੰ ਨੱਥ ਪਾਉਣ ਲਈ ਉਹਨਾਂ ਨੇ ਕਮੇਟੀਆਂ ਬਣਾਤੀਆਂ ਨੇ। ਚੇਅਰਪਰਸਨ ਬਣਨ ਤੋਂ ਬਾਅਦ ਵੀ ਸੁਨੀਲ ਜਾਖੜ ਬੜੇ ਗੁੰਮਸੁੰਮ ਨਜ਼ਰ ਆ ਰਹੇ ਨੇ। ਸਕਰੀਨਿੰਗ ਕਮੇਟੀ ਵੀ ਬਣੀ ਆ ਤੇ ਫਿਰ ਸਰਵੇ ਸੁਰਵੇ ਵੀ ਕਰਾ ਰਹੇ ਹੋਣੇ ਆ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿ ਇਹ ਜਿਹੜੀਆਂ ਕਮੇਟੀਜ਼ ਬਣੀਆਂ, ਹਾਲਾਂਕਿ ਸਿੱਧੇ ਤੌਰ ਤੇ ਤਾਂ ਇਹੀ ਲੱਗਦਾ ਕਿ ਇਹ ਚੋਣਾਂ ਨੂੰ ਲੜਨ ਦੀ ਕਵਾਇਦ ਆ ਤੇ ਚੋਣਾਂ ਦੇ ਵਿੱਚ ਜਿਹੜਾ ਸਿਸਟਮ ਆ ਉਹਨੂੰ ਫੋਲੋ ਕਰਨਾ ਹੈ, ਚਾਹੇ ਉਹ ਪ੍ਰਚਾਰ ਕਮੇਟੀ ਹੈ, ਚਾਹੇ ਉਹ ਤਾਲਮੇਲ ਕਮੇਟੀ ਹੈ ਤੇ ਚਾਹੇ ਉਹ ਜਿਹੜੀ ਹੈਗੀ ਆ ਚੋਣ ਮੈਨੀਫੈਸਟੋ ਕਮੇਟੀ ਆ ਤੇ ਚਾਹੇ ਫਿਰ ਉਹ ਸਕਰੀਨਿੰਗ ਕਮੇਟੀ ਆ। ਪਰ ਇੱਕ ਪਾਸਿਓਂ ਇਦਾਂ ਲੱਗਦਾ ਆ ਕਿ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮਸਲਾ ਆ ਉਹਨੂੰ ਵੀ ਪਾਰਟੀ ਕਾਬੂ 'ਚ ਰੱਖਣਾ ਚਾਹੁੰਦੀ ਆ। ਕਿਸੇ ਵੀ ਉਹਨਾਂ ਦੀ ਗੱਲ ਦਾ ਪਾਰਟੀ ਕੋਲ ਕੋਈ ਸਿੱਧਾ ਜਵਾਬ ਨਹੀਂ। ਜਦੋਂ ਚੰਨੀ ਸਾਹਿਬ ਇੱਕ ਸਟੇਜ ਤੋਂ ਇਹ ਗੱਲ ਕਹਿੰਦੇ ਨੇ ਕਿ ਰੇਤਾ 5.5 ਰੁਪਏ ਫੁੱਟ ਵਿਕੇਗੀ ਤੇ ਉਸੇ ਵੇਲੇ ਅਗਲੇ ਮਿੰਟ ਹੀ ਮਾਈਕ ਫੜ ਕੇ ਸਿੱਧੂ ਸਾਹਿਬ ਇਹ ਗੱਲ ਕਹਿ ਦਿੰਦੇ ਨੇ ਕਿ ਚੰਨੀ ਸਾਹਿਬ ਤੁਹਾਡੀ ਗੱਲ ਜਿਹੜੀ ਆ ਝੂਠ ਹੈ ਤੇ ਰੇਤਾ ਹਾਲੇ ਵੀ ਮਹਿੰਗੀ ਆ ਤੇ ਰੇਤਾ ਉਦੋਂ ਸਿੱਧੀ ਵਿਕੂਗੀ ਜਦੋਂ ਭਗਵਾਨ ਸਿੰਘ ਦਾ ਮੁੰਡਾ ਸਾਹਮਣੇ ਆਊਗਾ। ਸੋ ਉਹਨਾਂ ਦੀ ਜਿਹੜੀ ਗੱਲ ਕਰਨ ਦਾ ਅੰਦਾਜ਼ੇ ਬਿਆਨ ਆ ਜਾਂ ਜੋ ਇੱਕ ਸਾਫ਼ ਗੋਈ ਆ ਆਪਣੀ ਗੱਲ ਨੂੰ ਰੱਖਣ ਦੀ ਜਾਂ ਮੁੱਦਿਆਂ ਨੂੰ ਲੈ ਕੇ ਜਿਹੜੀ ਸਪਸ਼ਟਤਾ ਆ, ਉਹਦੇ ਤੋਂ ਪਾਰਟੀ ਜਿਹੜੀ ਆ ਪਰੇਸ਼ਾਨ ਜ਼ਰੂਰ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਇਸੇ ਕਰਕੇ ਫਿਰ ਉਹ ਜਿਹੜੀ ਪਾਰਟੀ ਹਾਈ ਕਮਾਂਡ ਆ ਉਹ ਸੋਚਦੀ ਜ਼ਰੂਰ ਆ ਕਿ ਇਸ ਚੀਜ਼ ਨੂੰ ਕਿਵੇਂ ਹੈਂਡਲ ਕੀਤਾ ਜਾਵੇ ਤੇ ਕਿਵੇਂ ਹੱਲ ਕੀਤਾ ਜਾਵੇ। ਜਿਹੜੀ ਤੁਸੀਂ ਗੱਲ ਕੀਤੀ ਸਰਵੇ ਰਿਪੋਰਟਸ ਦੀ, ਉਹ ਗੱਲ ਬਿਲਕੁਲ ਠੀਕ ਆ। ਕਮੇਟੀਜ਼ ਬਣ ਗਈਆਂ ਪਰ ਕਮੇਟੀਆਂ ਜਿਹੜੀਆਂ ਆ ਉਹ ਹਾਲੇ ਤੱਕ ਕਿਤੇ ਐਕਟਿਵ ਨਜ਼ਰ ਨਹੀਂ ਆ ਰਹੀਆਂ ਤੇ ਡਰ ਇਸ ਗੱਲ ਦਾ ਵੀ ਆ ਕਿਉਂਕਿ ਜਿੱਦਾਂ ਅਸੀਂ ਗੱਲ ਕੀਤੀ ਕਿ ਪਹਿਲਾਂ ਇਲੈਕਸ਼ਨ 2 ਧਿਰਾਂ ਹੁੰਦੀਆਂ ਸੀ, ਫਿਰ 3 ਹੋ ਗਈਆਂ ਤੇ ਇਸ ਵਾਰ 4-5 ਧਿਰਾਂ ਜਿਹੜੀਆਂ ਉਹ ਇਲੈਕਸ਼ਨ ਦੇ ਵਿੱਚ ਨਜ਼ਰ ਆ ਰਹੀਆਂ ਜੀ। ਤੇ ਜੇਕਰ ਧਿਰਾਂ ਇੰਨੀਆਂ ਹੈਵੀ ਨੇ ਤੇ ਇੱਕ ਪਾਸੇ ਹੁਣ ਜਿਹੜੀ ਸੱਤਾਧਾਰੀ ਧਿਰ ਆ ਕੇਂਦਰ ਵਾਲੀ, ਉਹਨੇ ਵੀ ਕੈਪਟਨ ਸਾਹਿਬ ਨਾਲ ਹੱਥ ਮਿਲਾ ਲਏ ਨੇ ਤੇ ਉਹਨਾਂ ਨੇ ਹੁਣ ਉਹ ਜਿਹੜਾ ਮੇਨ ਮਸਲਾ ਸੀ, ਜਿਹੜੀ ਇੱਕ ਅਬਸਟੈਕਲ ਸੀ ਕਿਸਾਨ ਅੰਦੋਲਨ ਦੀ, ਉਹ ਵੀ ਹੱਲ ਕਰ ਲਈ ਆ ਤੇ ਉਸ ਤੋਂ ਬਾਅਦ ਫਿਰ ਕਿਸੇ ਦਾ ਵੀ ਇੱਧਰ ਉੱਧਰ ਜਾਣਾ ਜਿਹੜਾ ਆ ਉਹ ਸੰਭਵ ਹੋ ਸਕਦਾ ਤੇ ਹੋ ਸਕਦਾ ਜਾਖੜ ਸਾਹਿਬ ਨੇ ਕੁਝ ਹੋਰ ਸੋਚਿਆ ਹੋਵੇ। ਪਰ ਹਾਲਾਂਕਿ ਮੀਡੀਆ ਸਾਹਮਣੇ ਸਾਰੇ ਇਹੀ ਕਹਿੰਦੇ ਨੇ ਕਿ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ। ਜਿਹੜੀ ਤੁਸੀਂ ਗੱਲ ਕੀਤੀ ਟਿਕਟਸ ਨੂੰ ਲੈ ਕੇ ਸਰਵੇ ਦੀ, ਇਹ ਗੱਲ ਬਿਲਕੁਲ ਤੁਹਾਡੀ ਦਰੁਸਤ ਆ ਕਿ ਪਾਰਟੀ ਆਪਣੇ ਪੱਧਰ ਤੇ ਵੀ ਸਰਵੇ ਕਰਾ ਰਹੀ ਆ। ਕਿਹਾ ਜਾਂਦਾ ਕਿ ਹੈਦਰਾਬਾਦ ਜਾਂ ਬੰਗਲੌਰ ਦੀਆਂ ਕੁਝ ਏਜੰਸੀਜ਼ ਨੇ ਜਿਹੜੀਆਂ ਪੰਜਾਬ ਦੇ ਵਿੱਚ ਸਰਵੇ ਕਰ ਰਹੀਆਂ ਨੇ। ਉਸ ਸਰਵੇ ਨੂੰ ਲੈ ਕੇ ਰਾਹੁਲ ਗਾਂਧੀ ਦੇ ਆਫਿਸ ਤੋਂ ਇਹੋ ਜਿਹੀਆਂ ਖਬਰਾਂ ਨੇ ਕਿ ਉਹ ਚਾਹੁੰਦੇ ਨੇ ਕਿ ਸਰਵੇ ਜਿਹੜੇ ਆ ਉਹ ਡਿਜੀਟਲ ਜਾਂ ਆਨਲਾਈਨ ਨਾ ਹੋ ਕੇ ਗਰਾਊਂਡ ਲੈਵਲ ਤੋਂ ਸਰਵੇ ਕੀਤੇ ਜਾਣ। ਉਸ ਤਰੀਕੇ ਦੇ ਨਾਲ ਲੈ ਕੇ ਜਿਹੜੇ ਸਰਵੇ ਦੇ ਪਰਫਾਰਮੇ ਨੇ ਉਹ ਵੀ ਉਲੀਕੇ ਗਏ ਨੇ ਕਿ ਆਮ ਜਿੱਥੇ ਤੱਕ ਲੋਕਾਂ ਦੀ ਸ਼ਮੂਲੀਅਤ ਹੁੰਦੀ ਆ, ਕੋਈ ਰਿਕਸ਼ਾ ਚਾਲਕ ਨੇ, ਕੋਈ ਦੁਕਾਨ ਹੈ, ਕੋਈ ਚਾਹ ਵਾਲੀ ਦੁਕਾਨ ਹੈ, ਜਿੱਥੇ ਤੱਕ ਲੋਕ ਆਮ ਤੌਰ ਤੇ ਇਹੋ ਜਿਹੀਆਂ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ, ਉੱਥੋਂ ਇਹ ਸਰਵੇ ਲਏ ਜਾਣ। ਤੇ ਫਿਰ ਇਹ ਸਰਵੇ ਅਸੀਂ ਜਾਣਦੇ ਹਾਂ ਕਿ ਪ੍ਰਸ਼ਾਂਤ ਕਿਸ਼ੋਰ ਵਰਗੇ ਲੋਕ ਇਸ ਰਾਜਨੀਤੀ ਦੇ ਵਿੱਚ ਇਸੇ ਕਰਕੇ ਆਏ ਕਿ ਇਹੋ ਜਿਹੀਆਂ ਜਿਹੜੀਆਂ ਗੱਲਾਂ ਸੀ ਗਰਾਊਂਡ ਲੈਵਲ ਤੋਂ ਹੋਣ ਲੱਗੀਆਂ। ਤੁਹਾਨੂੰ ਯਾਦ ਆ 25 ਸਾਲ ਜਾਂ 30 ਸਾਲ ਪਿੱਛੇ ਚਲੇ ਜਾਈਏ ਤੇ ਰਾਜਨੀਤੀ ਦੇ ਵਿੱਚ ਪਾਰਟੀ ਲੈਵਲ ਦੇ ਉੱਤੇ ਪਿੰਡਾਂ 'ਚ ਸੁਨੇਹੇ ਲੱਗਦੇ ਸੀ ਕਿ ਚੋਣਾਂ ਆ ਗਈਆਂ ਤੇ ਫਲਾਣੇ ਨਿਸ਼ਾਨ ਤੇ ਫਲਾਣੇ ਬੰਦੇ ਨੂੰ ਜਿਹੜੀ ਆ ਉਹ ਵੋਟ ਪਾਉਣੀ ਆ ਜਾਂ ਫਲਾਣੀ ਜਗ੍ਹਾ ਦੇ ਉੱਤੇ ਰੈਲੀ ਹੋਣੀ ਆ, ਉੱਥੇ ਪਹੁੰਚ ਜਾਈਓ। ਪਰ ਹੁਣ ਕਿਉਂਕਿ ਸਿਸਟਮ ਜਿਹੜਾ ਆ ਟੈਕਨੋਲੋਜੀ ਦਾ ਆ ਗਿਆ, ਡਿਜੀਟਲ ਗਰੁੱਪ ਆ ਗਿਆ, ਡਿਜੀਟਲ ਕ੍ਰਾਂਤੀ ਹੋ ਗਈ, ਉਸ ਤੋਂ ਬਾਅਦ ਫੇਰ ਤੋਂ ਦੁਬਾਰੇ ਇੱਕ ਵਾਰ ਸਰਵੇ ਕਰਾਉਣ ਲਈ ਜਾਂ ਲੋਕਾਂ ਦੀ ਭਾਸ਼ਾ ਸਮਝਣ ਲਈ ਜਾਂ ਲੋਕ ਮਨਾਂ ਦੀ ਜਾਣਕਾਰੀ ਲੈਣ ਲਈ ਫੇਰ ਲੋਕਾਂ ਤੱਕ ਸਿੱਧੇ ਅਪਰੋਚ ਕਰਨੀ ਜਿਹੜੀ ਆ ਉਹ ਪਾਰਟੀਆਂ ਨੂੰ ਪੈ ਰਹੀ ਆ ਜੀ। ਪਰ ਇੱਕ ਗੱਲ ਹੋਰ ਵੀ ਆ ਸਵਲੀਨ ਜੀ ਕਿ ਜਿੰਨੇ ਮਰਜ਼ੀ ਸਰਵੇ ਕਰ ਲਏ ਜਾਣ, ਜੋ ਮਰਜ਼ੀ ਜਿਹੜਾ ਆ ਉਹਦੇ ਲਈ ਗਰਾਊਂਡ ਦੇ ਉੱਤੇ ਤੁਸੀਂ ਮਿਹਨਤ ਕਰ ਲਈ ਜਾਵੇ, ਜਦੋਂ ਟਿਕਟਸ ਵੰਡੀਆਂ ਜਾਣੀਆਂ ਨੇ ਫਿਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਸਰਵਿਆਂ ਨੂੰ ਕੱਟਣ ਲਈ ਵੀ ਜਿਹੜੀਆਂ ਉਹ ਵਰਤੋਂ 'ਚ ਆਉਣੀਆਂ ਨੇ। ਬਹੁਤ ਸਾਰੇ ਅਜਿਹੇ ਘਰਾਣੇ ਨੇ ਜਿਨ੍ਹਾਂ ਦਾ ਪੰਜਾਬ ਦੀ ਕਾਂਗਰਸ ਦੇ ਨਾਲ ਬੁਰੇ ਦੌਰ ਦਾ ਨਾਤਾ ਆ ਤੇ ਉਹਨਾਂ ਨੂੰ ਫਿਰ ਇਹਨਾਂ ਨੇ ਇਨਕਾਰ ਨਹੀਂ ਕਰ ਸਕਣਾ ਟਿਕਟਾਂ ਦੇਣ ਤੋਂ ਜੀ। ਭਾਵੇਂ ਇਹਨਾਂ ਨੂੰ ਪਤਾ ਹੈ ਕਿ ਉਹ ਲੋਕ ਜਿਹੜੇ ਉਹ ਜਿੱਤਣ ਦੀ ਖਮਤਾ ਨਹੀਂ ਰੱਖਦੇ, ਪਰ ਫਿਰ ਵੀ ਉਹਨਾਂ ਨੂੰ ਜਿਹੜੀਆਂ ਟਿਕਟਾਂ ਆ ਉਹ ਦਿੱਤੀਆਂ ਜਾਣੀਆਂ। ਜਿਵੇਂ ਕਿ ਪਿਛਲੇ ਸਮੇਂ ਕੈਪਟਨ ਸਾਹਿਬ ਜਾਣ ਤੋਂ ਪਹਿਲਾਂ ਜਿਹੜੇ 2-3 ਲੋਕਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰਦੇ ਸੀ, ਪੁਰਾਣੇ MLAs ਦੀਆਂ ਫੈਮਲੀਜ਼ ਨੂੰ,
ਸਮਝਦੇ ਉਹ ਵੀ ਆ ਇਹਨਾਂ ਲੋਕਾਂ ਨੂੰ ਕਿ ਇਹਨਾਂ ਨੂੰ ਅਸੀਂ ਨੌਕਰੀਆਂ ਕਿਉਂ ਦੇ ਰਹੇ ਹਾਂ, ਕਿਉਂ ਨਹੀਂ ਦੇ ਰਹੇ। ਜੀ ਤੇ ਇਹੋ ਜਿਹੀਆਂ ਕੁਝ ਚੀਜ਼ਾਂ ਹਨ ਸਾਡੀ ਰਾਜਨੀਤੀ ਦੇ ਵਿੱਚ ਜਿਹੜੀਆਂ ਕੁਝ ਇਸ ਤਰੀਕੇ ਦੇ ਨਾਲ ਪਾਰਟੀਆਂ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਨੂੰ ਉਹ ਛੱਡ ਵੀ ਨਹੀਂ ਸਕਦੇ ਤੇ ਜਿਨ੍ਹਾਂ ਨੂੰ ਉਹ ਅਪਣਾ ਵੀ ਨਹੀਂ ਸਕਦੇ। ਸੋ ਜੇਕਰ ਫਿਰ ਵੀ ਚੰਗੀ ਇੱਕ ਧਾਰਨਾ ਹੈ, ਜੇਕਰ ਜਿਹੜੀਆਂ ਟਿਕਟਸ ਦੀ ਵੰਡ ਆ ਉਹ ਪ੍ਰੋਪਰ ਕੁਝ ਸਰਵੇਜ਼ ਨੂੰ ਲੈ ਕੇ ਜਾਂ ਲੋਕਾਂ ਦੇ ਵਿੱਚ ਵਿਚਰ ਕੇ ਜਾਂ ਲੋਕਾਂ ਤੱਕ ਪਹੁੰਚ ਕੇ, ਜੇਕਰ ਇੱਕ ਹਲਕੇ ਤੋਂ 2 3 4 ਕੈਂਡੀਡੇਟ ਹਨ, ਉਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਕੇ ਵੀ ਟਿਕਟਸ ਦਿੱਤੀਆਂ ਜਾਂਦੀਆਂ ਤੇ ਬੜੀ ਚੰਗੀ ਕਵਾਇਦ ਆ, ਰਾਦਰ ਦੈਨ ਇਸ ਦੇ ਕਿ ਜਿੱਥੇ ਜਾਓ ਰੈਲੀ ਕਰੋ ਤੇ ਟਿਕਟ ਅਨਾਉਂਸ ਕਰ ਦਿਓ। ਜੀ, ਪ੍ਰੋਗਰਾਮ ਨੂੰ ਇੱਥੇ ਸਮੇਟਣ ਦਾ ਵੇਲਾ ਹੋ ਗਿਆ। ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਕਰਨ ਲਈ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਖੁਸ਼ੀ ਸਾਡੀ।